ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਵਿੱਚ ਸਵਾਗਤ ਹੈ ਜੀ। ਨਵਾਂ ਦਿਨ ਨਵੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਆਪ ਜੀ ਨੂੰ ਇਸ ਕੈਂਪ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ ਜੀ। ਸੋ ਆਓ ਸ਼ੁਰੂ ਕਰਦੇ ਹਾਂ ਜੀ ਜਾਪ ਸੇਵਾ ਦੇ ਨਾਲ। ਅੱਜ ਦੀ ਜਾਪ ਸੇਵਾ ਲੈ ਰਹੇ ਹਨ ਕਮਲਪ੍ਰੀਤ ਕੌਰ ਜੀ, EPP ਨੰਬਰ 11425 ਮੋਗਾ। ਆਪ ਜੀ ਸ਼ੁਰੂ ਕਰ ਵਾਹਿਗੁਰੂ ਜੀ ਸਕਦੇ ਕਾ ਹੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बड़े ही अच्छे ढंग नाल आप जी ने जाप सेवा निभाई, पर आप जी ने थोड़ी जी मिस्टेक करती। आपने गुर प्रसाद बोलिया। वाहिगुरू जी गुर प्रसाद बोलना है, बाकी सब कुछ ठीक सीगा। आप जी का बहुत बहुत धन्यवाद। परमात्मा जी आप लोग चढ़दी कला विच रखन। अगे कीर्तन दी सेवा है जी हरमनदीप सिंह जी, EPP नंबर 14199 मानसा। वाहिगुरू जी का खालसा वाहिगुरू जी की फतेह। वाहिगुरू जी की फतेह जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਆਪ ਦਾ ਬਹੁਤ ਬਹੁਤ। ਅੱਗੇ ਵਧਦੇ ਹਾਂ ਜੀ ਪਹਿਲੇ ਸੈਸ਼ਨ ਵੱਲ ਆਪਣੇ ਵੱਲ। ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੁਆਰਾ ਰਚੀ ਬਾਣੀ ਸਲੋਕ ਮਹੱਲਾ 9 ਦੀ ਸ਼ਬਦ ਵਿਚਾਰ ਵਿੱਚ ਜੁੜੇ ਹਾਂ ਜੀ ਆਪਾਂ। ਅੱਜ ਆਪਣੇ ਵਿੱਚ ਸਰਦਾਰ ਹਰਮੀਤ ਸਿੰਘ ਜੀ ਅੱਜ ਦਾ ਪਹਿਲਾ ਸੈਸ਼ਨ ਲੈਣਗੇ ਜੀ। ਸ਼ਲੋਕ 35 ਤੋਂ 42 ਤੱਕ ਸ਼ਬਦ ਵਿਚਾਰ ਕਰਨਗੇ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੂਹ ਫੈਮਿਲੀ ਜੋ ਇਹ ਕੈਂਪ ਲਗਾ ਰਹੇ ਹੈ, ਉਹਨਾਂ ਵਿੱਚ ਸਮੂਹ ਬੱਚੇ, ਵਿਦਿਆਰਥੀ ਔਰ ਉਹਨਾਂ ਦੇ ਪੇਰੈਂਟਸ, ਟੀਚਰ ਸਾਹਿਬਾਨ ਔਰ ਜਿੰਨੇ ਵੀ ਸਮੂਲੀਅਤ ਕਰਨ ਵਾਲੇ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਲਈ ਬੜੇ ਧੰਨ ਭਾਗ ਵਾਲੀ ਗੱਲ ਇਹ ਹੈ ਕਿ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਪਾਵਨ ਗੁਰਪੁਰਬ ਨੂੰ ਸਮਰਪਿਤ ਜੋ 400 ਸਾਲਾ ਪ੍ਰਕਾਸ਼ ਪੁਰਬ ਹੈ, ਉਹਨੂੰ ਸਮਰਪਿਤ ਹੋ ਕੇ ਬੈਠੇ। ਔਰ ਸਭ ਤੋਂ ਪਹਿਲਾਂ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਰਹਿਮਤਾਂ ਲੈਣ ਵਿੱਚ ਇੱਕ ਵਾਰ ਸਾਰੇ ਆਖੀਏ ਜੀ, ਤੇਗ ਬਹਾਦਰ ਸਿਮਰਿਆ ਘਰ ਨੌ ਨਦੀ ਆ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਾਣੀ ਜੋ ਹੈ ਉਹਨਾਂ ਦੀ, ਉਹਦੇ ਵਿੱਚ ਅਸੀਂ ਸ਼ਲੋਕ ਜਿਹੜੇ ਨੇ ਬਹੁਤ ਪਿਆਰ ਨਾਲ ਸੁਣਦੇ ਹਾਂ। ਤਕਰੀਬਨ ਸਭ ਨੂੰ ਪਤਾ ਵੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਨੇ, ਕਿਉਂਕਿ ਜਦੋਂ ਵੀ ਕਿਤੇ ਅਸੀਂ ਕਿਤੇ ਵੀ ਭੋਗ ਪੈਣਾ ਹੁੰਦਾ ਆ ਅਖੰਡ ਪਾਠ ਸਾਹਿਬ ਦਾ ਜਾਂ ਸਹਿਜ ਪਾਠ ਸਾਹਿਬ ਦਾ, ਉਸ ਵਕਤ ਇਹ ਸ਼ਲੋਕ ਤਕਰੀਬਨ ਸਾਰੇ ਅਸੀਂ ਸੁਣ ਹੀ ਲੈਂਦੇ ਹਾਂ। ਇਸ ਟਾਈਮ ਤੇ ਸਾਰੇ ਪਹੁੰਚ ਹੀ ਜਾਂਦੇ, ਚਾਹੇ ਅਖੰਡ ਪਾਠ ਸਾਹਿਬ ਹੋਵੇ, ਚਾਹੇ ਸਹਿਜ ਪਾਠ ਸਾਹਿਬ ਹੋਵੇ। ਪਰ ਜਦੋਂ ਗੱਲ ਆਉਂਦੀ ਹੈ ਵੀ ਸ਼ਲੋਕਾਂ ਦੀ, ਉਦੋਂ ਤਕਰੀਬਨ ਸਾਰੇ ਉੱਥੇ ਪਹੁੰਚ ਜਾਂਦੇ ਤੇ ਤਕਰੀਬਨ ਸਾਰਿਆਂ ਨੂੰ ਸ਼ਲੋਕ ਜਿਹੜੇ ਉਹ ਯਾਦ ਵੀ ਹੋ ਜਾਂਦੇ। ਐਸਾ ਵੀ ਨਹੀਂ ਵੀ ਯਾਦ ਨਹੀਂ ਹੁੰਦੇ, ਜੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਈਏ ਤੇ ਨਾਲ ਨਾਲ ਬੋਲਣਾ ਵੀ ਸ਼ੁਰੂ ਕਰ ਦਿੰਦੇ ਨੇ। ਪਰ ਸਿਰਫ ਅਸੀਂ ਬੋਲਣ ਤੱਕ ਹੀ ਸੀਮਿਤ ਨਹੀਂ ਰਹਿਣਾ, ਸਗੋਂ ਉਹਨਾਂ ਸ਼ਲੋਕਾਂ ਨੂੰ ਸਮਝਣਾ ਤੇ ਫਿਰ ਉਹਨਾਂ ਨੂੰ ਜੀਵਨ ਵਿੱਚ ਵਸਾਉਣਾ, ਇਹ ਸਾਡਾ ਮਨੋਰਥ ਹੈ। ਪਰ ਗੁਰੂ ਸਾਹਿਬਾਨਾਂ ਨੇ ਸਾਨੂੰ ਬਾਣੀ ਵਿਖਾਈ ਦਿੱਤੀ। ਪਰ ਬੜਾ ਸੋਹਣਾ ਉਪਰਾਲਾ ਹੈ ਪੰਜਾਬ ਪ੍ਰੋਜੈਕਟ ਦਾ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹ ਸ਼ਲੋਕ ਜਿਹੜੇ ਸਾਰੇ ਲੋਕ ਜਿਨ੍ਹਾਂ ਨੂੰ ਜਾਣਦੇ ਨੇ, ਸਮਝਦੇ ਨੇ, ਵਿਚਾਰਦੇ ਨੇ, ਉਹ ਅਸੀਂ ਆਰੰਭ ਕਰਨ ਲੱਗੇ। ਔਰ ਉਹ ਆਰੰਭ ਨਹੀਂ ਕਰਨ ਲੱਗੇ, ਸਗੋਂ 33ਵੇਂ ਸ਼ਲੋਕ ਤੋਂ ਲੈ ਕੇ ਅੱਜ ਜਿਹੜਾ ਆ 40 ਸ਼ਲੋਕ ਤੱਕ ਦੀ ਵਿਚਾਰ ਅਸੀਂ ਕਰਾਂਗੇ। ਪਹਿਲਾਂ ਆਪ ਜੀ ਉਹ ਵਿਚਾਰ ਲੜੀਵਾਰ ਸੁਣਦੇ ਆ ਰਹੇ ਹੋ। ਔਰ ਮੈਂ ਬੇਨਤੀ ਕਰਾਂਗਾ ਜਤਿੰਦਰ ਸਿੰਘ ਜੀ ਨੂੰ ਕਿ ਉਹ PPT ਜਿਹੜੀ ਆ ਉਹ ਲਗਾ ਦੇਣ। ਹਾਂਜੀ, ਸਭ ਤੋਂ ਪਹਿਲਾਂ ਸਾਰੇ ਫਿਰ ਫਤਿਹ ਦੀ ਸਾਂਝ ਕਰੀਏ ਜੀ ਇੱਕ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਨੰਬਰ 33। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ, ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਤੋ 33 ਨੰਬਰ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਹੁਣ ਸਾਨੂੰ ਇਹ ਕਹਿ ਰਹੇ ਨੇ ਕਿ ਜਨਮ ਜਨਮ ਭਰਮਤ ਫਿਰਿਓ। ਹੁਣ ਜਨਮ ਜਨਮ ਦਾ ਮਤਲਬ ਜਨਮਾਂ ਜਨਮਾਂ ਤੋਂ। ਹੁਣ ਜੇ ਮਨੁੱਖ ਦੀ ਗੱਲ ਕਰੀਏ ਤੇ ਕੁਝ ਵਿਚਾਰਧਾਰਾ ਇਹ ਕਹਿੰਦੀ ਹੈ ਧਰਮ ਦੀ ਕਿ ਜਨਮਾਂ ਜਨਮਾਂ ਤੋਂ ਮਨੁੱਖ ਜਿਹੜਾ ਆ ਉਹ ਭਟਕ ਰਿਹਾ, ਜਾਂ ਕਈ ਵਾਰ ਇਹ ਕਹਿੰਦੇ ਵੀ ਕਈ ਜਨਮਾਂ ਵਿੱਚ ਭਟਕਦਾ ਹੋਇਆ ਤੇ ਫਿਰ ਮਨੁੱਖਾ ਜਨਮ ਮਿਲਦਾ ਆ। ਪਰ ਜਦੋਂ ਅਸੀਂ ਧਿਆਨ ਨਾਲ ਇਸ ਨੂੰ ਪੜਾਂਗੇ ਤੇ ਜਨਮ ਜਨਮ ਭਰਮਤ ਫਿਰਿਓ, ਜਨਮਾਂ ਜਨਮਾਂ ਤੋਂ ਮਨੁੱਖ ਭਰਮਦਾ ਫਿਰ ਰਿਹਾ ਹੈ। ਮਿਟਿਓ ਨਾ ਜਮ ਕੋ ਤਰਾਸ। ਤੋ ਇੱਥੇ ਥੱਲੇ ਵੀ ਤੁਸੀਂ PPT ਦੇ ਵਿੱਚ ਪੜ੍ਹ ਰਹੇ ਹੋ ਕਿ ਇਨਸਾਨ ਦੇ ਘਨੇਰਿਆਂ ਜਨਮਾਂ ਅੰਦਰ ਭਟਕਦਾ ਫਿਰਦਾ ਰਿਹਾ। ਘਨੇਰਿਆਂ ਨਾਲ ਬਹੁਤ ਜਨਮਾਂ ਅੰਦਰ ਭਟਕਦਾ ਫਿਰਦਾ ਰਿਹਾ ਅਤੇ ਉਸ ਦਾ ਮੌਤ ਦਾ ਡਰ ਦੂਰ ਨਹੀਂ ਹੁੰਦਾ। ਹੁਣ ਇੱਥੇ ਆਪਾਂ ਇਹ ਕਹਿ ਲਈਏ ਵੀ ਜਨਮ ਜਨਮ ਭਰਮਤ ਫਿਰਿਓ, ਮਨੁੱਖ ਦਾ ਮੌਤ ਦਾ ਡਰ ਦੂਰ ਹੁੰਦਾ ਹੀ ਨਹੀਂ।
ਮਨੁੱਖ ਨੂੰ ਮੌਤ ਦਾ ਭੈ ਖਤਮ ਨਹੀਂ ਹੋ ਰਿਹਾ ਮਨੁੱਖ ਦਾ। ਤੇ ਗੁਰਮਤ ਕਹਿੰਦੀ ਏ ਇਹਦਾ ਮੌਤ ਦਾ ਭੈ ਖਤਮ ਹੋਣਾ ਚਾਹੀਦਾ। ਜੰਮ ਤੋਂ ਭਾਵ ਇੱਥੇ ਮੌਤ ਹੈ, ਜਾਂ ਦੂਜੇ ਸ਼ਬਦਾਂ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਤੇ ਜੰਮ ਦੇ ਅਰਥ ਜਿਹੜੇ ਨੇ ਉਹ ਹਰ ਚੀਜ਼ ਆ ਜਿਹੜੀ ਦੁੱਖ ਦੇਣ ਵਾਲੀ। ਉਹਦੇ ਵਿੱਚ ਵਿਕਾਰਾਂ ਨੂੰ ਵੀ ਕਿਤੇ ਕਿਤੇ ਸਤਿਗੁਰੂ ਜੀ ਨੇ ਜੰਮ ਕਿਹਾ ਹੈ ਵੀ ਇਹ 5 ਜੰਮ ਚਿੰਬੜੇ ਨੇ ਤੈਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਸੇ ਤਰ੍ਹਾਂ ਜੇ ਜੰਮ ਦੇ ਅਰਥ ਪਰਿਭਾਸ਼ਾਵਾਂ ਦੇਖੀਆਂ ਜਾਣ ਜਾਂ ਵੱਖ-ਵੱਖ ਵਿਦਵਾਨਾਂ ਦੀ ਫਿਲਾਸਫੀ ਦੇਖੀ ਜਾਏ ਤੇ ਉਹਦੇ ਵਿੱਚ ਜੰਮ ਦੇ ਅਰਥ ਜਿਹੜੇ ਕੀਤੇ ਗਏ ਨੇ ਉਹ ਇਸ ਤਰ੍ਹਾਂ ਆ ਵੀ ਜੱਜਾ ਤੇ ਮਮਾ। ਇਹਨੂੰ ਇਸ ਤਰ੍ਹਾਂ ਵੀ ਵਿਚਾਰਿਆ ਆ, ਜੱਜਾ ਦਾ ਭਾਵ ਹੈ ਜਨਮ ਤੇ ਮਮੇ ਤੋਂ ਭਾਵ ਮਰਨ, ਮੌਤ। ਤਾਂ ਜਨਮ ਤੋਂ ਮੌਤ ਤੱਕ। ਹੁਣ ਦੇਖੋ ਜਨਮ ਵੀ ਜਿਹੜਾ ਜ਼ਰੂਰੀ ਹੈ ਤੇ ਮੌਤ ਵੀ ਜ਼ਰੂਰੀ ਹੈ। ਜਨਮ ਹੁੰਦਾ ਆ ਜ਼ਰੂਰ, ਮੌਤ ਵੀ ਜ਼ਰੂਰ ਹੁੰਦੀ ਹੈ। ਔਰ ਜਿਹੜਾ ਵੀ ਮਨੁੱਖ ਜਨਮਿਆ ਨਾ ਉਹਨੇ ਮਰਨਾ ਜ਼ਰੂਰ ਹੈ, ਇੱਕ ਦਿਨ ਜ਼ਰੂਰ ਮਰਦਾ ਹੈ। ਹੁਣ ਇੱਥੇ ਅਸੀਂ ਦੇਖੀਏ ਧਿਆਨ ਦੇ ਨਾਲ ਵੀ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜੈਸੇ ਕਿਰਸਾਨ ਹੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪੁਰਾਣੀ, ਜੋ ਜਨਮੇ ਸੋ ਜਾਣੋ ਮੂਆ, ਗੋਬਿੰਦ ਭਗਤ ਅਸਤਰ ਹੈ ਥੀਆ। ਜਿਹਨੇ ਜਨਮ ਲਿਆ ਨਾ ਉਹਨੇ ਮਰਨਾ ਜ਼ਰੂਰ ਹੈ, ਪੱਕੀ ਗੱਲ। ਭਾਵ ਸਰੀਰ ਕਰਕੇ ਜਨਮ ਲਿਆ ਤੇ ਸਰੀਰ ਕਰਕੇ ਮੌਤ ਦਾ ਹੋਣਾ ਜ਼ਰੂਰੀ ਹੈ। ਪਰ ਕੇਵਲ ਸਰੀਰ ਦੀ ਮੌਤ ਹੀ ਨਹੀਂ ਮੌਤ ਹੁੰਦੀ, ਹੋਰ ਵੀ ਕਈ ਤਰ੍ਹਾਂ ਦੀ ਮੌਤ ਹੁੰਦੀ ਹੈ ਜੋ ਮਨੁੱਖ ਮਰਦਾ ਹੈ। ਹੁਣ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਆ ਵੀ ਮਰ ਜੰਮਦਾ, ਵਾਰ-ਵਾਰ ਜੰਮਦਾ, ਵਾਰ-ਵਾਰ ਮਰਦਾ ਆ, ਇਹ ਵੀ ਆਇਆ। ਉੱਥੇ ਮਨੁੱਖ ਇਸੇ ਜਨਮ ਦੇ ਵਿੱਚ ਵਾਰ-ਵਾਰ ਜਿਉਂ-ਜਿਉਂ ਕੇ ਮਰ ਗਿਆ, ਇਹ ਵੀ ਸਤਿਗੁਰੂ ਜੀ ਨੇ ਕਿਹਾ ਹੈ। ਔਰ ਉਹ ਵੱਖ-ਵੱਖ ਜੋਨਾਂ ਵੀ ਇਸੇ ਜਨਮ ਵਿੱਚ ਭੋਗਦਾ ਪਿਆ। ਉਹ ਕਿਵੇਂ ਭੋਗਦਾ ਪਿਆ ਆ? ਕਿਉਂਕਿ ਮਨੁੱਖ ਦੀ ਜੋਨ ਤੇਰੀ ਮਨੁੱਖਤਾ ਕਰਕੇ ਆ। ਜੇ ਤੇਰੇ ਵਿੱਚ ਮਨੁੱਖਤਾ ਆ, ਜਿਸ ਟਾਈਮ ਮਨੁੱਖਤਾ ਨਾਲ ਭਰਿਆ ਤੇ ਮਨੁੱਖੀ ਜੂਨੀ ਮਾਨੋ ਭੋਗ ਰਿਹਾ ਆ। ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ। ਪਰ ਜਿਸ ਵੇਲੇ ਤੂੰ ਮਨੁੱਖੀ ਵਿਚਾਰਾਂ ਦੇ ਵਿੱਚ ਨਹੀਂ ਤੇ ਵਿਚਾਰ ਤੇਰੇ ਵਿੱਚ ਕੋਈ ਹੋਰ ਨੇ, ਉਸ ਵਕਤ ਤੂੰ ਉਹ ਜੂਨ ਭੋਗ ਰਿਹਾ ਜਿਹੜਾ ਵਿਚਾਰ ਤੇਰੇ ਅੰਦਰ ਚੱਲ ਰਿਹਾ ਤੇ ਉਸ ਵਿਚਾਰ ਤੇ ਤੂੰ ਜੀਵਨ ਬਤੀਤ ਕਰ। ਜਿਵੇਂ ਸਤਿਗੁਰੂ ਕਹਿੰਦੇ ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾ। ਜਦੋਂ ਲੋਭ ਵਸ ਵਿੱਚ ਹੁੰਦਾ ਹੈ ਨਾ ਉਸ ਵੇਲੇ ਤੂੰ ਕੁੱਤੇ ਦੀ ਜੂਨੀ ਭੋਗ ਰਿਹਾ। ਇਹ ਗੁਰੂ ਸਾਹਿਬ ਕਹੇ। ਅਸਮਤ ਬਹੁਤ ਕੁਝ ਸਾਨੂੰ ਸਤਿਗੁਰੂ ਜੀ ਸਮਝਾਉਂਦੇ। ਗੁਰੂ ਸਾਹਿਬ ਕਹਿੰਦੇ ਲੱਭ ਕੁੱਤਾ, ਕੂੜਾ, ਠੱਗ ਖਾਦਾ ਮੁਰਦਾਰ। ਉੱਥੇ ਅਸੀਂ ਰੋਜ਼ ਪੜ੍ਹਦੇ ਹਾਂ, ਪਾਤਸ਼ਾਹ ਦੀ ਵਾਰ ਦੇ ਵਿੱਚ ਵੀ ਪੜ੍ਹਦੇ ਪਏ। ਔਰ ਸਤਿਗੁਰੂ ਜੀ ਨੇ ਰਹਿਮਤ ਕੀਤੀ ਪਾਵਨ ਬਚਨ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਹੁਣ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਮ ਤੋਂ ਭਾਵ ਇੱਥੇ ਸਿੱਧਾ ਜਾਂ ਮੌਤ ਦਾ ਭੈ। ਉਹ ਮੌਤ ਕਿਹੜੀ ਹੈ? ਹੁਣ ਧਿਆਨ ਦੇ ਨਾਲ, ਮਨੁੱਖ ਮੌਤ ਤੋਂ ਹਰ ਵੇਲੇ ਡਰਦਾ ਰਿਹਾ, ਚਾਹੇ ਉਹ ਸਰੀਰਕ ਮੌਤ ਹੋਵੇ, ਚਾਹੇ ਉਹ ਆਰਥਿਕ ਤੌਰ ਤੇ ਦੀ ਮੌਤ ਹੋਵੇ, ਤੇ ਚਾਹੇ ਰਾਜਨੀਤਿਕ ਤੌਰ ਤੇ ਹੋਵੇ, ਚਾਹੇ ਸਮਾਜਿਕ ਤੌਰ ਤੇ ਹੋਵੇ। ਇਹ ਸਾਰੀਆਂ ਮੌਤਾਂ ਨੇ। ਸਮਾਜਿਕ ਤੌਰ ਤੇ ਸਮਾਜ ਵੱਲੋਂ ਨਾਤਾ ਟੁੱਟ ਜਾਣ ਦਾ ਡਰ, ਸਮਾਜ ਵਿੱਚ ਇੱਜ਼ਤ ਖਤਮ ਹੋਣ ਦਾ ਡਰ, ਇਹ ਮੌਤ ਹੈ ਸਮਾਜ ਵੱਲੋਂ। ਇਸੇ ਤਰ੍ਹਾਂ ਰਾਜਨੀਤਿਕ ਤੌਰ ਤੇ ਜਿਹੜੇ ਬੰਦੇ ਨੇ ਉਹਨਾਂ ਦੀ ਰਾਜਨੀਤਿਕ ਤੌਰ ਤੇ ਉਹਨਾਂ ਦਾ ਨਾਤਾ ਖਤਮ ਹੁੰਦਾ ਰਾਜਨੀਤੀ ਨਾਲ, ਰਾਜਨੀਤਿਕ ਤੌਰ ਤੇ ਮੌਤ ਹੁੰਦੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਇੱਕ ਮੌਤ ਤੂੰ ਹਮੇਸ਼ਾ ਭੁੱਲਿਆ ਪਿਆ ਆ, ਉਹ ਹੈ ਆਤਮਿਕ ਮੌਤ। ਆਤਮਿਕ ਮੌਤ ਤੇ ਜੇ ਤੂੰ ਮਰ ਗਿਆ ਨਾ, ਇਹ ਸਭ ਤੋਂ ਭੈੜੀ ਮੌਤ ਇਹ ਆ। ਤੇ ਇਸ ਮੌਤ ਵਿੱਚ ਤੂੰ ਭਾਵ ਇਸ ਆਤਮਿਕ ਮੌਤ ਤੇ ਮਰ ਕੇ ਫਿਰ ਤੂੰ ਮਨੁੱਖਾ ਜਨਮ ਦੀ ਜ਼ਿੰਦਗੀ ਨਹੀਂ ਜਿਉ ਰਿਹਾ ਹੁੰਦਾ। ਉਸ ਵੇਲੇ ਤੂੰ ਸਾਰੇ ਜਾਨਵਰਾਂ ਦੇ ਜੀਵਨ ਵਿੱਚ ਹੀ ਹੁੰਦਾ ਹੈ। ਕਦੇ ਲੋਭ ਵਿੱਚ ਹੁੰਦਾ ਆ, ਕਦੇ ਕ੍ਰੋਧ ਵਿੱਚ ਹੁੰਦਾ, ਕਦੇ ਮੋਹ ਵਿੱਚ ਹੁੰਦਾ, ਭਾਵ ਮਾਇਆ ਦੇ ਮੋਹ ਵਿੱਚ, ਹੰਕਾਰ ਵਿੱਚ। ਸਾਰੇ ਉਸ ਵੇਲੇ ਜੋਨੀਆਂ ਜਿਹੜੀਆਂ ਵੱਖ-ਵੱਖ ਹੁੰਦੀਆਂ। ਤੋ ਸਤਿਗੁਰੂ ਜੀ ਇੱਥੇ ਕਹਿੰਦੇ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਇੱਥੇ ਹੁਣ ਜੇ ਸਿੱਧੇ ਤੌਰ ਤੇ ਸਰੀਰ ਦੀ ਮੌਤ ਦੀ ਵੀ ਗੱਲ ਕਰੀਏ ਤੇ ਬੜਾ ਵੱਡਾ ਭੈ ਹੈ, ਬਾਕੀ ਇਹਦੇ ਨਾਲ ਅਟੈਚ ਨਹੀਂ। ਜਿਵੇਂ ਹੁਣ ਭੁੱਖ ਬੰਦੇ ਦੀ ਹੈ, ਭੁੱਖ ਜਿਹੜੀ ਆ ਨਾ ਉਹ ਮਨੁੱਖ ਨੂੰ ਇਸ ਲਈ ਤੰਗ ਨਹੀਂ ਕਰਦੀ, ਦੁੱਖ ਨਹੀਂ ਦਿੰਦੀ ਕਿ ਉਹ ਭੁੱਖਾ ਆ, ਇਸ ਲਈ ਉਹ ਦੁਖੀ ਨਹੀਂ। ਇਹ ਡਰ ਨਹੀਂ ਉਹਨੂੰ ਵੀ ਉਹ ਭੁੱਖਾ ਆ, ਪਰ ਇਹ ਡਰ ਆ ਇਸ ਭੁੱਖ ਦੇ ਨਾਲ ਮੈਂ ਮਰ ਜਾਵਾਂ। ਜੇ ਲਗਾਤਾਰ ਇਹ ਭੁੱਖ ਬਣੀ ਰਹੀ, ਜੇ ਲਗਾਤਾਰ ਕੁਝ ਨਾ ਮਿਲਿਆ ਖਾਣ ਨੂੰ, ਤੇ ਮੈਂ ਮਰ ਜਾਵਾਂਗਾ, ਮੇਰਾ ਸਰੀਰ ਕਮਜ਼ੋਰ ਹੋ ਜਾਏਗਾ। ਉਹਦੇ ਪਿੱਛੇ ਵੀ ਡਰ ਆਖਰ ਕਾਹਦਾ ਆ? ਮੌਤ। ਮੈਨੂੰ ਬੜੀ ਹਾਸੂ ਹੋਣੀ ਇੱਕ ਗੱਲ ਯਾਦ ਆਈ, ਵਿਅੰਗ ਟਾਈਪ ਗੱਲ ਹੈ। ਉਹਦੇ ਵਿੱਚ ਇੱਕ
ਬਜ਼ੁਰਗ ਮਨੁੱਖ ਕਹਿੰਦਾ ਆ ਮੈਂ ਨਹੀਂ ਮੌਤ ਤੋਂ ਡਰਦਾ, ਮੈਨੂੰ ਮੌਤ ਦਾ ਭੈ ਹੀ ਕੋਈ ਨਹੀਂ। ਇਸ ਵੇਲੇ ਇਹ ਗੱਲ ਆਖਦਾ ਆ, ਹਰ ਸਾਰੇ ਪਿੰਡ ਨੂੰ ਆਖਦਾ ਫਿਰਦਾ ਮੈਂ ਨਹੀਂ ਡਰਦਾ, ਹੁਣ ਸਾਰਾ ਕੁਝ ਖਾ ਲਿਆ, ਹੰਢਾ ਲਿਆ, ਦੇਖ ਲਿਆ, ਕਿਸੇ ਚੀਜ਼ ਦਾ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਹੁਣ ਤੇ ਜਦੋਂ ਮਰਜੀ ਸਦਾ ਆ ਜੇ ਤੇ ਤੁਰ ਜਾਂਗੇ। ਬਜ਼ੁਰਗਾਂ ਤੁਰ ਤੇ ਆਖ ਦਿੰਦੇ ਨੇ। ਇਸ ਤਰ੍ਹਾਂ ਕਹਿਣਾ ਬੜਾ ਸੌਖਾ ਹੈ, ਕਹਿ ਦਿੰਦੇ। ਹੁਣ ਉਹ ਬਜ਼ੁਰਗ ਵੀ ਸਾਰੇ ਪਿੰਡ ਚ ਕਹਿੰਦਾ ਸੀ, ਤੇ ਇੱਕ ਦਿਨ ਇੱਕ ਖੁੰਡ ਦੇ ਉੱਪਰ ਬੈਠਾ, ਖੁੰਡ ਤੋਂ ਭਾਵ ਇੱਕ ਵੱਡਾ ਸਾਰਾ ਲੱਕੜ ਕੱਟੀ ਹੋਈ ਉਹਦੇ ਤੇ ਬੈਠਾ, ਰੁੱਖ ਕੱਟਿਆ ਹੋਇਆ ਸੀ। ਉਹਨੂੰ ਪਿੰਡਾਂ ਚ ਖੁੰਡ ਕਹਿੰਦੇ ਨੇ, ਖੁੰਡ ਚਰਚਾ ਵੀ ਆਮ ਤੁਸੀਂ ਲੇਖ ਪੜ੍ਹੇ ਹੋਣਗੇ। ਤਾਂ ਉੱਥੇ ਖੁੰਡ ਤੇ ਬੈਠਾ ਤੇ ਕੁਝ ਨੌਜਵਾਨ ਮੁੰਡੇ ਵੀ ਆ ਕੇ ਉਹਦੇ ਕੋਲ ਬੈਠ ਗਏ। ਜਦੋਂ ਉਹ ਬੈਠੇ ਸਾਰੇ ਆ ਕੇ ਗੱਲਾਂ ਕਰਨ ਲੱਗ ਪਏ ਤੇ ਗੱਲ ਮੌਤ ਦੀ ਚੱਲ ਪਈ। ਮੌਤ ਦੀ ਜਦੋਂ ਗੱਲ ਚੱਲੀ ਤੇ ਉਸ ਵਕਤ ਉਹ ਜਿਹੜਾ ਮਨੁੱਖ ਸੀ ਉਹ ਮੁੰਡਿਆਂ ਨੂੰ ਕਹਿੰਦਾ, ਨੌਜਵਾਨ ਬੱਚਿਆਂ ਨੂੰ ਕਹਿੰਦਾ ਵੀ ਹੁਣ ਮੈਨੂੰ ਕੋਈ ਫਿਕਰ, ਮੈਂ ਆਪਣਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਤੀਆਂ, ਪੁੱਤ ਪੁੱਤਰਿਆਂ ਵਾਲਾ ਹੋ ਗਿਆ, ਮੈਨੂੰ ਕੋਈ ਚਿੰਤਾ ਨਹੀਂ, ਸਭ ਕੁਛ ਖਾ ਲਿਆ, ਹੰਢਾ ਲਿਆ, ਹੁਣ ਜਦੋਂ ਮਰਜ਼ੀ ਮੌਤ ਆ ਜਾਏ। ਉਹ ਨੌਜਵਾਨ ਬੱਚੇ ਕਹਿੰਦੇ ਜੀ ਮੌਤ ਦਾ ਭੈ ਤੇ ਸਾਰਿਆਂ ਨੂੰ, ਤੁਸੀਂ ਇਹ ਨਾ ਕਹੋ, ਡਰ ਤੇ ਸਭ ਨੂੰ ਲੱਗਦਾ ਆ, ਕੌਣ ਆ ਜਿਹੜਾ ਨਹੀਂ ਡਰਦਾ ਮੌਤ ਤੋਂ? ਕਹਿੰਦਾ ਨਹੀਂ ਨਹੀਂ ਮੈਨੂੰ ਡਰ। ਹੁਣ ਜਿਸ ਵੇਲੇ ਇਹ ਗੱਲਾਂ ਹੀ ਕਰ ਰਿਹਾ ਸੀ ਤੇ ਉਸੇ ਖੁੰਡ ਥੱਲੋਂ, ਉਸ ਲੱਕੜ ਥੱਲੋਂ ਇੱਕਦਮ ਸੱਪ ਨਿਕਲਿਆ। ਜਦੋਂ ਸੱਪ ਨਿਕਲਿਆ ਤੇ ਉਹ ਜਿਹੜੇ ਨੌਜਵਾਨ ਮੁੰਡੇ ਸੀ ਮਾਰੇ ਛਾਲਾਂ, ਉਹਨਾਂ ਨੇ ਛਾਲਾਂ ਮਾਰ ਕੇ ਭੱਜ ਗਏ, ਸਾਰੇ ਦੌੜ ਗਏ। ਹੁਣ ਇਹ ਬਜ਼ੁਰਗ ਸੀ, ਬਜ਼ੁਰਗ ਤੋਂ ਨਾ ਛਾਲ ਵੱਜੇ, ਨਾ ਉੱਠਿਆ ਜਾਵੇ, ਨਾ ਭੱਜਿਆ ਜਾਵੇ। ਇਹ ਵਿਚਾਰਾ ਉਸੇ ਤਰ੍ਹਾਂ ਉੱਥੇ ਬੈਠਾ ਆ, ਪਰ ਡਰ ਰਿਹਾ ਆ। ਔਰ ਉਹਨਾਂ ਮੁੰਡਿਆਂ ਨੂੰ ਆਵਾਜ਼ ਮਾਰ ਕੇ ਕਹਿੰਦਾ ਤੁਸੀਂ ਤੇ ਭੱਜ ਗਏ ਹੋ, ਤੁਸੀਂ ਨੌਜਵਾਨ ਹੋ, ਪਹਿਲਾਂ ਮੈਨੂੰ ਬਚਾਓ, ਮੈਂ ਬੁੱਢਾ, ਤੁਹਾਨੂੰ ਫਰਜ਼ ਬਣਦਾ ਮੈਨੂੰ। ਉਹ ਕਹਿਣ ਲੱਗੇ ਵੀ ਹੁਣ ਤੇ ਕਹਿ ਰਹੇ ਸੀ ਮੌਤ ਦਾ ਭੈ ਹੀ ਕੋਈ ਨਹੀਂ ਮੈਨੂੰ, ਤੇ ਹੁਣ ਤੈਨੂੰ ਡਰ ਲੱਗਦਾ? ਸਤਿਗੁਰੂ ਆਹ ਗੱਲ ਕਹਿੰਦੇ, ਕਹਿੰਦੇ ਮੌਤ ਦਾ ਭੈ ਬਹੁਤ ਵੱਡਾ ਭੈ ਆ, ਅੱਜ ਨਹੀਂ, ਇਹ ਜਨਮਾਂ ਜਨਮਾਂ ਤੋਂ ਮਨੁੱਖ ਨੂੰ ਵਿਆਪਦਾ ਪਿਆ ਹੈ ਤੇ ਮਨੁੱਖ ਮੌਤ ਤੋਂ ਡਰਦਾ ਹੀ ਰਿਹਾ। ਔਰ ਇਹ ਜਨਮ ਜਨਮ ਭਰਮਤ ਫਿਰੇ, ਉਹਨੂੰ ਸਮਝਣ ਲਈ ਕਹਿ ਲਓ ਵੀ ਜੋ ਡਰ ਦਾਦੇ ਨੂੰ ਮੌਤ ਦਾ ਸੀ, ਉਹੀ ਪਿਤਾ ਨੂੰ ਸੀ ਤੇ ਅੱਜ ਉਹੀ ਪੁੱਤਰ ਨੂੰ। ਭਾਵ ਜਨਮਾਂ ਜਨਮਾਂਤਰਾਂ ਤੋਂ ਮੌਤ ਦਾ ਭੈ ਸਾਰਿਆਂ ਵਿੱਚ ਘਰ ਕਰਕੇ ਬੈਠਾ। ਸਤਿਗੁਰੂ ਕਹਿੰਦੇ ਭੈ ਮਨ ਵਿੱਚੋਂ ਕੱਢ ਦੇ, ਔਰ ਇਹ ਸਮਝ ਲੈ, ਔਰ ਉਹਦੇ ਹੁਕਮ ਵਿੱਚ ਰਹਿਣਾ ਤੈਨੂੰ ਤਾਂ ਆ ਜਾਏਗਾ ਜੇ ਤੂੰ ਇਹ ਸਮਝੇਗਾ ਜਨਮ ਉਹਦੇ ਹੁਕਮ ਵਿੱਚ ਤੇ ਮੌਤ ਉਹਦੇ ਹੁਕਮ ਵਿੱਚ ਪ੍ਰਵਾਨ। ਇਹ ਡਰ ਨਾ ਹੋ, ਕਬੂਲ ਕਰ ਲੈ। तो सतगुरु जी ने इत्थे कहा जन्म जन्म भरमत फिरियो मिटियो ना जम को त्रास, मौत दा भै त्रास डर ये खत्म नहीं होगा। पर डर खत्म किदन होएगा? मौत का ये भै खत्म कदों होएगा? सतगुरु जी ने बड़े थावां ते उदाहरणा दित्तियां, कहंदे जे डर खत्म करना ना ते एक काम कर। कहन लगे भी तू परमात्मा दा डर अंदर पैदा कर लै, मौत दा डर भी खत्म हो जू ते बाकी डर भी खत्म हो जाए। बड़ी सोहनी एक पंक्ति सतगुरु जी की पावन बाणी की, ਉਹਦੇ सतगुरु जी कहते ने कि डड्डा डर उपजे डर जाही, तां डर मैं डर रहा समाई। जे उस परमात्मा का डर तेरे हिरदे च उत्पन्न हो जाए, ਉਹਦੇ निर्मल भै विच तू आ जाए, ਉਹਦਾ डर तेरे अंदर होवे हर वेले। और साध संगत ध्यान देना, मनुख के अंदर परमात्मा का डर होगा ना, वो कदे किसी का नुकसान नहीं करता। मनुख के अंदर परमात्मा का भै होएगा ना, वो कदे किसी को दुख नहीं दिंदा। मनुख के अंदर परमात्मा का भै होएगा ते कदे कोई बुरा काम, गलत काम नहीं करेगा। जदों परमात्मा का भै नहीं, ये भै होवे मैनूं देख रहा, ये डर हो, फिर कदे गलत काम नहीं करेगा। तो जदों परमात्मा का डर तेरे हिरदे च नहीं, डड्डा डर उपजे डर जाही, तां डर मैं डर रहा समाही, तां बाकी सारे डर उस परमात्मा के डर विच समा जाणगे, खत्म हो जाणगे। फिर तैनूं मौत का भी भै नहीं लगेगा, फिर तैनूं डर नहीं रह जाएगा। तो सतगुरु जी ने इत्थे किरपा कीती, कहंदे ये मौत का भै अंदरों कढना। धन गुरु तेग बहादुर महाराज किरपा कर रहे हैं, कहन लगे कि जन्म जन्म भरमत फिरियो मिटियो ना जम, ये जम दा मौत का भै तेरे अंदरों खत्म नहीं होया। कहन लगे कहो नानक हर भज मना, निरभै पावे बास। पर ਇਹਦਾ ਇਲਾਜ ਸਤਿਗੁਰੂ ਕਹਿੰਦੇ ਮੇਰੇ ਕੋਲ ਹੈ ਤੇ ਮੈਂ ਤੈਨੂੰ ਦੱਸ ਰਿਹਾ। ਸਤਿਗੁਰੂ ਸਾਨੂੰ ਸਭਨਾਂ ਨੂੰ ਅੱਜ ਦੱਸ ਰਹੇ ਨੇ, ਕਹੋ ਨਾਨਕ ਹਰ ਭਜ, ਹਰੀ ਪਰਮਾਤਮਾ ਨੂੰ ਜਪ, ਉਹਦਾ ਸਿਮਰਨ ਕਰ। ਨਿਰਭੈ, ਨਿਰਭੈ ਦਾ ਮਤਲਬ ਜਿੱਥੇ ਕੋਈ ਭੈ ਨਹੀਂ, ਨਿਰਭੈ, ਭੈ ਤੂੰ ਰਹਿਤ, डर तो रहत हो जाएगा, तेन कोई डर नहीं रहेगा, डर व्यापेगा नहीं। निरभै पावे बास,
तेरा वासा उत्थे हो जाएगा जिथे कोई डर नहीं, तेन कोई फिक्र नहीं, कोई चिंता नहीं, कोई डर नहीं रहेगा। पर ਉਹਦੇ ਲਈ ਤੈਨੂੰ एक काम करना पवेगा। ਉਹ सतगुरु कहते कहो नानक हर भज मन, उस परमात्मा का नाम जप। ते जिस दिन उस परमात्मा का नाम तेन जपना आ गया, सचमुच जपना आ गया, केवल कहन मात्र नहीं, कहन मात्र तो सारे असीं कह रहे हैं। और सतगुरु जी ने आख्या भी कि राम राम करता सब जग फिरै, राम ना पाया जाए। राम कहना ਤੇ ਰਾਮ ਨੂੰ ਹਿਰਦੇ ਵਿੱਚ ਵਸਾ ਲੈਣਾ, ਦੋਨਾਂ ਵਿੱਚ ਫਰਕ ਹੈ। ਕਹਿਣ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਲੈਂਦਾ, ਪਰ ਉਹਦੀ ਕਮਾਈ ਜਿਹੜੀ ਹਿਰਦੇ ਦੀ ਹੈ ਨਾ, ਉਹ ਜ਼ਰੂਰੀ ਹੈ। ਤੋ ਸਤਿਗੁਰੂ ਜੀ ਇੱਥੇ ਕਹਿੰਦੇ ਜੇ ਤੂੰ ਹਰੀ ਨੂੰ ਭਜੇ, ਹਰੀ ਨੂੰ ਜਪੇ, ਆਪਣੇ ਹਿਰਦੇ ਚ ਵਸਾ ਲਵੇਂ ਉਹਦੇ ਗੁਣਾਂ ਨੂੰ, ਤਾਂ ਤੂੰ ਨਿਰਭੈ ਬਾਸ ਵਿੱਚ ਰਹਿ ਜਾਏਗਾ। ਅਗਲੇ ਸ਼ਲੋਕ ਵਿੱਚ ਸਤਿਗੁਰੂ ਜੀ ਕੀ ਕਿਰਪਾ ਕਰ ਰਹੇ ਹਨ ਜੀ। ਅਗਲੇ ਸ਼ਲੋਕ ਵਿੱਚ ਸਤਿਗੁਰੂ ਕਹਿੰਦੇ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਕਹਿੰਦੇ ਮੈਂ ਬੜੇ ਯਤਨ ਕੀਤੇ, ਪਰ ਮਨ ਦਾ ਮਾਨ ਨਹੀਂ ਮਿਟਿਆ। ਹੁਣ ਮਾਨ ਜਿਹੜਾ ਮਨ ਦਾ ਨਾ, ਬੜਾ ਬੁਰਾ, ਮਨ ਨੂੰ ਨੇ ਬੁਰਾ ਆਖਿਆ ਸਤਿਗੁਰੂ। ਕਹਿੰਦੇ ਕਾਮੀ ਸਾਰਾ ਮਨ ਦਾ, ਮਨ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕੋਈ ਬਣਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਉੱਥੇ ਸਤਿਗੁਰੂ ਕਹਿੰਦੇ ਮਮਾ ਮਨ ਸਿਉ ਕਾਜ ਹੈ, मन साधे सिद्ध होए, मन ही मन सो कहे कबीरा, मन सा मिलया ना कोई। कहने लगे सारा काम ही मन का। और साध संगत ध्यान देना, मन जेड़ा है ना कम होता है, सारा कम होता है। साध संगत मैं इसलिए शब्द वरत रहा क्योंकि जो गुरु की गल करते ना, ते गुरु की गोद विच बैठे हुए, भावें असीं स्टूडेंट होइए, भावें असीं टीचर होइए, भावें असीं किसी भी किते नाल संबंध रखते होइए, जदों असीं गुरु की संगत विच बैठ के गुरु के नाम की गल करते, उत्थे सतगुरु कहते मन विच काम है। मम्मा मन स्यों काज है, मन का ही काम है। और इनू विचार के देखना, कोई भी तुसीं काम करते हो, जिहड़ा हुण असीं काम कर रहे हैं, किते काम है ना, एक कि बाणी नू विचार रहे हैं, समझ रहे हैं, पढ़ रहे हैं, चाहे वो अज दे मीडिया राही पढ़ रहे हैं, ये भी तो काम है। ਤੇ ਜੇ ਇਹਦੇ ਵਿੱਚ ਸਾਡਾ ਮਨ ਸ਼ਾਮਲ ਨਾ ਹੋਏਗਾ ਤੇ ਕੰਮ ਪੂਰਾ ਹੁੰਦਾ ਹੈ ਨਹੀਂ ਹੋਵੇਗਾ। ਤਾਂ ਸਤਿਗੁਰੂ ਕਹਿੰਦੇ ਕੰਮ ਹੀ ਮਨ ਦਾ, ਮਨ ਨਹੀਂ ਬੁਰਾ, ਪਰ ਮਨ ਦੀ ਜਿਹੜੀ ਵਿਚਾਰ ਹੈ ਉਹ ਕਿੱਥੇ ਹੈ, ਇਹਦੇ ਨਾਲ ਸੰਬੰਧ ਰੱਖਦਾ ਹੈ। ਤਾਂ ਮਨ ਦੇ ਵਿੱਚ ਜੇ ਮਾਨ ਹੋ ਗਿਆ ਕਿ ਮੇਰੇ ਕੋਲ ਬਹੁਤ ਕੁਝ, ਮੈਂ ਬਹੁਤ ਕੁਝ ਕਰ ਰਿਹਾ, ਇਹ ਮਾਨ ਹੀ ਜਿਹੜਾ ਆ ਇਹ ਹੰਗਤਾ ਬਣ ਜਾਂਦੀ ਹੈ, ਇਹੀ ਹਉਮੈ ਬਣਦੀ ਹੈ। ਤੇ ਜਦੋਂ ਹਉਮੈ ਬਣ ਜਾਵੇ ਮਨ ਦੇ ਅੰਦਰ, ਇਹ ਆਪਣਾਤਾ ਆ ਜਾਵੇ ਕਿ ਮੈਂ ਇੱਕ ਵੱਖਰਾ ਹਾਂ, ਮੈਂ ਵੱਡਾ ਹਾਂ, ਫਿਰ ਉਦੋਂ ਰੱਬ ਨਹੀਂ ਦਿਖੇਗਾ। ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ, ਇਹ ਦੋਨੋਂ ਇੱਕ ਥਾਂ ਤੇ ਰਹਿ ਨਹੀਂ ਸਕਦੇ। ਵੈਸੇ ਮਾਨ ਸ਼ਬਦ, ਇਹਨੂੰ ਉਲਟਾ ਕੇ ਦੇਖੋ, ਮੰਮਾ ਪਿੱਛੇ ਕਰ ਦੋ, ਨੰਨਾ ਅੱਗੇ ਲੈ, ਕੀ ਬਣ ਜਾਏਗਾ ਜੀ, ਨਾਮ। ਉਲਟਾਉਣਾ ਹੈ, ਇਹ ਉਲਟਾਉਣਾ ਹੀ ਤੇ ਬੜਾ ਔਖਾ ਹੈ। ਬਾਕੀ ਸਭ ਕੁਝ ਅਸੀਂ ਉਲਟਾ ਸਕਦੇ, ਲੋਕ ਤਖਤ ਉਲਟਾ ਦਿੰਦੇ ਨੇ, ਰਾਜ ਉਲਟਾ ਦਿੰਦੇ ਨੇ, ਲੋਕਾਂ ਦੇ ਬਿਜ਼ਨਸ ਖਤਮ ਕਰ ਦਿੰਦੇ, ਉਲਟਾ ਦਿੰਦੇ, ਸਭ ਕੁਝ ਕਰ ਸਕਦੇ, ਪਰ ਮਨ ਨੂੰ ਉਲਟਾਉਣਾ ਸਭ ਤੋਂ ਔਖਾ ਹੈ। ਇਹਨੂੰ ਸਤਿਗੁਰੂ ਜੀ ਨੇ ਕਿਹਾ ਇਹਨੂੰ ਉਲਟਾਉਣਾ ਹੈ। ਔਰ ਉਲਟਾਉਣਾ ਕਿਹਦੇ ਨਾਲ ਦੇਖ ਕੇ ਉਲਟਾਉਣਾ, ਉਲਟਾਉਣ ਲਈ ਵੀ ਕੋਈ ਕਸਵੱਟੀ ਚਾਹੀਦੀ, ਉਹ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ਬਦ ਅਸੀਂ ਕਈ ਵਾਰ ਪੜ੍ਹਦੇ ਹੁੰਦੇ ਹਾਂ ਹੁਕਮਨਾਮੇ ਵਿੱਚ। ਉੱਥੇ ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਉਲਟੀ ਦਾ ਮਤਲਬ ਉਲਟਾ ਦੇ, ਉਲਟਾ ਕਰ ਦੇ। ਸਾਕਤ ਸਿਉਂ ਕਰ ਉਲਟੀ ਰੇ, ਉਲਟਾ ਕੰਮ। ਜਿਹੜਾ ਸਾਕਤ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਨਾ, ਉਹਦੇ ਵਰਗਾ ਕੰਮ ਨਹੀਂ ਕਰਨਾ, ਉਹਦੇ ਨਾਲੋਂ ਉਲਟ ਕੰਮ ਕਰਨਾ ਰੱਬ ਨਾਲ ਜੁੜਨਾ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਝੂਠੇ ਕੀਰੇ ਝੂਠ ਪ੍ਰੀਤ। ਹੁਣ ਝੂਠ ਪ੍ਰੀਤ ਕਿਹੜੀ ਹੈ, ਸੱਚ ਹੈ ਕੇਵਲ ਪਰਮਾਤਮਾ। ਤੇ ਜੇ ਹਰ ਚੀਜ਼ ਵਿੱਚੋਂ ਪਰਮਾਤਮਾ ਦੇਖ ਕੇ ਤੁਸੀਂ ਉਹਦੇ ਨਾਲ ਪ੍ਰੀਤ ਕਰਦੇ ਹੋ ਤਾਂ ਤੁਹਾਡੀ ਪ੍ਰੀਤ ਸੱਚੀ ਹੈ। ਕਿਉਂਕਿ ਤੁਹਾਡੇ ਵਿੱਚ ਫਿਰ ਦਵੈਸ਼ ਨਹੀਂ ਹੋਏਗੀ, ਈਰਖਾ ਨਹੀਂ ਹੋਏਗੀ, ਵੈਰ ਵਿਰੋਧ ਨਹੀਂ ਹੋਵੇਗਾ, ਲਾਲਚ ਭੈ ਆਦਿ ਨਹੀਂ ਹੋਵੇਗਾ। ਉਹ ਪਰਮਾਤਮਾ ਨੂੰ ਹਰ ਇੱਕ ਦੇ ਵਿੱਚ ਦੇਖ ਕੇ ਜਦੋਂ ਤੁਸੀਂ ਪ੍ਰੀਤ ਕਰਦੇ ਹੋ, ਪ੍ਰੀਤ ਝੂਠੀ ਹੁੰਦੀ। ਪਰ ਜਦੋਂ ਤੁਸੀਂ ਆਪਣੇ ਆਪ ਨੂੰ ਵੱਡਾ ਮਾਣ ਵਾਲਾ ਸਮਝ ਕੇ, ਦੂਜੇ ਨੂੰ ਛੋਟਾ ਸਮਝ ਕੇ, ਚਾਹੇ ਜਾਤ ਬਰਾਦਰੀ ਦੀ ਗੱਲ ਹੋਵੇ, ਚਾਹੇ ਉਹ
ਕਿਸੇ ਦੇ ਫਾਈਨੈਂਸ਼ੀਅਲ ਤੌਰ ਤੇ ਗੱਲ ਹੋਵੇ ਜਾਂ ਕਿਸੇ ਗੁਣ ਔਗੁਣ ਦੀ ਵੀ ਗੱਲ ਹੋਵੇ ਨਾ, ਮੈਨੂੰ ਮਾਫ ਕਰ ਦੇ, ਇਹਦੇ ਵਿੱਚ ਔਗੁਣ ਤੇ ਮੇਰੇ ਵਿੱਚ ਗੁਣ, ਵੀ ਸਾਰਾ ਕੁਝ ਤੇ ਪ੍ਰਮਾਤਮਾ ਦਾ ਹੈ ਨਾ। ਤੇ ਜੇ ਔਗੁਣਾਂ ਨੂੰ ਵੀ ਨਫ਼ਰਤ ਕਰਨ ਲੱਗ ਪਏ ਨਾ, ਫਿਰ ਵੀ ਬੜੀ ਮੁਸ਼ਕਿਲ ਹੋ ਜਾਣੀ। ਹਾਂ, ਆਪਣੇ ਔਗੁਣਾਂ ਨੂੰ ਚਿਤਾਰ ਕੇ ਨਫ਼ਰਤ ਕਰਨੀ, ਪਰ ਦੂਜੇ ਦੇ ਔਗੁਣ ਨੂੰ ਖਤਮ ਕਰਨ ਦਾ ਯਤਨ ਕਰਨਾ। ਇਸ ਲਈ ਸਤਿਗੁਰੂ ਜੀ ਨੇ ਕਿਹਾ ਫਰੀਦਾ ਬੁਰੇ ਦਾ, ਹੁਣ ਬੁਰੇ ਕੌਣ ਨੇ? ਔਗੁਣਹਾਰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ। ਹੁਣ ਇੱਥੇ ਬੁਰੇ ਦਾ ਭਲਾ ਕਰਨ ਦੀ ਆਖਿਆ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਆਧਾਰ ਤੇ ਭਾਈ ਗੁਰਦਾਸ ਜੀ ਨੇ ਇੱਕ ਦਿਨ ਗੱਲ ਕੀਤੀ, ਬੜੀ ਕਮਾਲ ਦੀ ਗੱਲ ਉਹਨਾਂ ਨੇ ਆਪਣੀ ਵਾਰ ਦੇ ਵਿੱਚ ਕੀਤੀ। ਤੁਸੀਂ ਉਹ ਨਾਮ ਬੜਾ ਸੁਣਿਆ ਹੋਏਗਾ, ਬੜੀਆਂ ਕਥਾਵਾਂ ਵਿੱਚ ਆਉਂਦਾ ਜ਼ਿਕਰ ਉਹਦਾ। ਸਿੱਖ ਮਤ ਵਿੱਚ ਹੀ ਨਹੀਂ, ਕੇਵਲ ਹਿੰਦੂ ਮਤ ਵਿੱਚ ਵੀ ਉਹਦਾ ਨਾਮ ਆਉਂਦਾ ਆ। ਉਹਨੂੰ ਕਹਿੰਦੇ ਗਣਕਾ। ਤੋ ਗਣਕਾ ਨੂੰ ਪਾਪਣ ਆਖਦੇ ਸੀ। ਉਹ ਇਸ ਤਰ੍ਹਾਂ ਦੀ ਔਰਤ ਸੀ ਜਿਹੜੀ ਸਮਾਜ ਵੱਲੋਂ ਪਾਪਣ ਸੀ, ਪਰ ਪਾਪ ਦੇ ਕਰਮ ਕਰਦੀ ਸੀ। ਗਣਕਾ ਪਾਪਣ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ। ਭਾਈ ਗੁਰਦਾਸ ਜੀ ਕਹਿੰਦੇ ਮਹਾਂਪੁਰਖ ਅਚਾਨਚਕ, ਇੱਕ ਸਾਧੂ ਮਹਾਂਪੁਰਖ ਅਚਾਨਚਕ ਹੀ ਕੀ ਹੋਇਆ, ਗਣਕਾ ਵਾੜੇ ਜਾਏ ਖਲੋਤਾ। ਗਣਕਾ ਦੇ ਘਰ ਵਿੱਚ ਆ ਪਹੁੰਚੇ। ਕੌਣ ਪਹੁੰਚਿਆ? ਕਹਿੰਦੇ ਕਿ ਇੱਕ ਮਹਾਂਪੁਰਖ ਅਚਾਨਚਕ ਗਣਕਾ ਵਾੜੇ ਜਾਏ ਖਲੋਤਾ, ਤੇ ਕਹਿਣ ਲੱਗੇ ਦੁਰਮਤ ਦੇਖ ਦਿਆਲ ਹੋਏ। ਦੁਰਮਤ ਦਾ ਮਤਲਬ ਭੈੜੀ ਮਤ। ਗਣਕਾ ਦੀ ਭੈੜੀ ਮਤ ਦੇਖ ਕੇ ਉਹਦੇ ਤੇ ਦਿਆਲੂ ਹੋ ਗਿਆ, ਉਹਦੇ ਤੇ ਦਇਆ ਕਰਨ ਲਈ ਤਿਆਰ ਹੋ ਗਿਆ ਵੀ ਇਹਦੀ ਭੈੜੀ ਮਤ ਨੂੰ ਦੇਖਿਆ ਤੇ ਮੈਂ ਇਹਨੂੰ ਗੁਣ ਦੇ ਦੇਵਾਂ, ਇਹਨੂੰ ਬੰਦਗੀ ਦੇ ਦੇਵਾਂ। ਹੱਥੋਂ ਉਸ ਨੂੰ ਦਿੱਤਾ ਤੋਤਾ, ਉਹਨੂੰ ਆਪਣਾ ਤੋਤਾ ਦੇ ਦਿੱਤਾ। ਤੋਤੇ ਨਾਲ ਹੀ ਉਹਦਾ ਉਦਾਰ ਕਰਨਾ। ਸਾਖੀ ਤੁਸੀਂ ਸੁਣੀ ਹੋਣੀ ਆ ਵੀ ਤੋਤੇ ਦੇ ਨਾਲ ਲੱਗ ਕੇ ਉਹ ਵੀ ਰਾਮ ਰਾਮ ਕਰਨ ਲੱਗ ਪਈ, ਉਹਦਾ ਵੀ ਉਧਾਰ ਹੋ ਗਿਆ। ਔਰ ਇੱਥੇ ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਹਿਣ ਲੱਗੇ ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਨ ਨਹੀਂ ਮਿਟਿਆ ਨਾ, ਫਿਰ ਕੀ? ਫਿਰ ਜਿਤਨੇ ਵੀ ਕਰਮ ਕੀਤੇ ਨੇ ਨਾ, ਮਾਨ ਕਰਕੇ, ਚਾਹੇ ਉਹ ਧਰਮ ਦੇ ਕਾਰਜ ਵੀ ਹੋਣ, ਫਿਰ ਉਹ ਮਾਨ ਕਰਕੇ ਕੀਤੇ ਹੋਏ ਕੰਮ ਸਾਰਥਕ ਨਹੀਂ। ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੈ। ਸਤਿਗੁਰੂ ਕਹਿੰਦੇ ਜਦੋਂ ਤੱਕ ਮੇਰੀ ਮੇਰੀ ਕਰਦਾ ਮਾਨ ਨਾਲ, ਉਦੋਂ ਤੱਕ ਇੱਕ ਵੀ ਕਾਰਜ ਇਹਦਾ ਸਾਰਥਕ ਨਹੀਂ ਹੁੰਦਾ ਧਰਮ ਦੀ ਦੁਨੀਆ। ਹਾਂ, ਦੁਨੀਆ ਦੇ ਵਿੱਚ ਇਹਨੂੰ ਵੱਡਾ ਕਿਹਾ ਜਾ ਸਕਦਾ, ਉਹ ਕੋਈ ਪ੍ਰਵਾਹ ਨਹੀਂ। ਦੁਨੀਆਦਾਰ ਤੇ ਕਹਿ ਰਹਿੰਦੇ ਨੇ, ਤੇ ਦੁਨੀਆਦਾਰ ਕਹਿੰਦੇ ਕਿਹਨੂੰ ਨੇ ਵੱਡਾ? ਸਤਿਗੁਰੂ ਜੀ ਨੇ ਉਹ ਵੀ ਗੱਲ ਕੀਤੀ ਪਾਵਨ ਬਾਣੀ ਤੇ, ਬਹੁਤ ਕੁਝ ਸਮਝਾਉਂਦੇ ਨੇ ਸਤਿਗੁਰੂ ਪਾਵਨ ਬਾਣੀ ਵਿੱਚ। ਉੱਥੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਕੀਤੀ ਗੱਲ, ਕਹਿਣ ਲੱਗੇ ਕਿ ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਦੁਨੀਆ ਵਿੱਚ ਵੱਡਾ ਕਿਹਨੂੰ ਕਿਹਾ ਜਾਂਦਾ ਹੈ? ਮਾਇਆ ਵਡਿਆਈ। ਕਹਿਣ ਲੱਗੇ ਦੁਨੀਆ ਵਿੱਚ ਵੱਡਾ ਕੌਣ ਹੈ? ਦੁਨੀਆ ਵਿੱਚ ਵੱਡਾ ਆ ਜਿਹਦੇ ਕੋਲ ਮਾਇਆ, ਦੌਲਤ, ਤਾਨੇ, ਸੰਪਤੀ। ਕੌਣ ਵੱਡਾ? ਮਾਇਆ ਵਡਿਆਈ। ਤੇ ਸਤਿਗੁਰੂ ਜੀ ਕਹਿੰਦੇ ਨੇ ਅਸਲ ਵਿੱਚ ਵੱਡਾ ਕੌਣ ਆ? ਕਹਿਣ ਲੱਗੇ ਉਹ ਵੱਡਾ ਆ ਸੋ ਵੱਡਾ ਜਿਨ ਰਾਮ ਲਿਵ ਲਾਈ। ਬੜਾ ਸੋਹਣਾ ਯਤਨ ਕੀਤਾ ਮੇਰੇ ਵੀਰ ਜਤਿੰਦਰ ਸਿੰਘ ਜੀ ਨੇ, ਸ਼ਾਬਾਸ਼। ਉਹਨਾਂ ਨੇ ਸਕਰੀਨ ਦੇ ਉੱਤੇ ਇਹ ਚਲਾ ਦਿੱਤਾ। ਸਾਰੇ ਬੱਚੇ ਧਿਆਨ ਨਾਲ ਦੇਖੋ। ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਹੁਣ ਅਸਲ ਵਿੱਚ ਗੁਰੂ ਦੀ ਨਜ਼ਰ ਵਿੱਚ ਵੱਡਾ ਕੌਣ ਆ? ਕਹਿਣ ਲੱਗੇ ਜਿਨ੍ਹਾਂ ਨੇ ਪਰਮਾਤਮਾ ਨਾਲ ਲਿਵ ਜੋੜ। ਹੁਣ ਲਿਵ ਜਿਹੜੀ ਆ ਨਾ, ਲਿਵ ਦਾ ਮਤਲਬ ਹੈ ਤੁਹਾਡੀ ਸੁਰਤ ਉਹਦੇ ਵਿੱਚ ਖੁੱਭ ਜਾ। ਔਰ ਧਿਆਨ ਦੇਣਾ, ਲਿਵ ਚੰਗੀ ਵੀ ਹੋ ਸਕਦੀ ਤੇ ਮਾੜੀ ਵੀ ਹੋ ਸਕਦੀ, ਝੂਠੀ ਵੀ ਹੋ ਸਕਦੀ ਹੈ ਤੇ ਸੱਚੀ ਵੀ ਹੋ ਸਕਦੀ ਹੈ। ਗੁਰੂ ਸਾਹਿਬ ਨੇ ਸਾਚੀ ਕਿਹਾ, ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਬੇਚਾਰ। ਸੱਚੀ ਲਿਵ ਤੋਂ ਬਿਨਾ ਦੇ ਜਿਹੜੀ ਹੈ ਨਾ ਉਹ ਨਿਮਾਣੀ ਹੈ। ਨਿਮਾਣੀ ਦਾ ਮਤਲਬ ਕੀ ਹੈ? ਕੋਈ ਮਾਨ ਨਹੀਂ ਹੈ। ਜੇ ਸੱਚੀ ਲਿਵ ਨਹੀਂ, ਝੂਠੀ ਲਿਵ ਹੋਵੇ ਤੇ ਕੀ ਮਾਨ ਹੈ? ਤੋ ਸਤਿਗੁਰੂ ਜੀ ਨੇ ਇੱਥੇ ਮਾਨ ਦੀ ਗੱਲ ਕੀਤੀ। ਜਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਹੁਣ ਇੱਥੇ ਸਤਿਗੁਰੂ ਇਹ ਨਹੀਂ ਕਹਿੰਦੇ ਵੀ ਯਤਨ ਜਿਹੜਾ ਮੈਂ ਕਰ ਰਿਹਾ ਹਾਂ ਤੇ ਮਾਨ ਨਹੀਂ ਮਿਟ ਰਿਹਾ। ਮਾਫ ਕਰਨਾ,
ਇਹਨੂੰ ਧਿਆਨ ਨਾਲ ਜੇ ਵਿਚਾਰਾਂਗੇ ਤੇ ਤਾਂ ਸਮਝ ਲੱਗੇਗੀ ਵੀ ਜਿਹੜਾ ਮੈਂ ਆਪਣੇ ਆਪ ਆਪਣੇ ਯਤਨਾਂ ਨਾਲ ਕਰ ਰਿਹਾ ਨਾ, ਆਪਣੇ ਯਤਨਾਂ ਨਾਲ ਆਪਣੇ ਮਨ ਦੇ ਮਾਨ ਨੂੰ ਮੈਂ ਕਿਵੇਂ ਮਿਟਾਵਾਂ, ਕਿਉਂਕਿ ਉਹ ਵੀ ਤਾਂ ਸਾਰੇ ਕੰਮ ਮੈਂ ਮਨ ਨਾਲ ਹੀ ਕਰਦਾ ਪਿਆ ਨਾ। ਮਾਨ ਨੂੰ ਮਿਟਾਉਣ ਵਾਸਤੇ ਉਹ ਕਿਵੇਂ ਹੋ ਸਕਦੇ ਨੇ? ਮਨ ਦਾ ਮਾਨ ਮਨ ਦੁਆਰਾ ਹੀ ਕਿਵੇਂ ਮਿਟਾ ਸਕਦਾ ਹੈ? ਜਦੋਂ ਤੱਕ ਇਹ ਮਨ ਮੇਰੇ ਕੋਲ ਹੈ, ਮੈਂ ਮਨ ਦੇ ਮਾਨ ਨੂੰ ਕਿਵੇਂ ਖਤਮ ਕਰ ਸਕਦਾ? ਕਿਉਂਕਿ ਮਾਨ ਤੇ ਹੈ ਹੀ ਮਨ ਦੇ ਅੰਦਰ, ਉਹੀ ਮਨ ਮੈਂ ਲੈ ਕੇ ਬੈਠਾ ਹੋਇਆ। ਸਤਿਗੁਰੂ ਕਹਿੰਦੇ ਫਿਰ ਇੱਕ ਕੰਮ ਕਰ, ਇਹ ਮਨ ਗੁਰੂ ਨੂੰ ਦੇ ਦੇ, ਤੇਰਾ ਮਾਨ ਵੀ ਚੱਕਿਆ ਜਾਏਗਾ। ਮਨ ਵਿੱਚ ਹੈ सतगुरु के पास ते सेवक के कारज रास, ये मान वाला काम भी ਉੱਥੇ ਕਰ। ਮਨ ਗੁਰੂ ਨੂੰ ਦੇ, ਮਨ ਗੁਰੂ ਦੇ ਚਰਨਾਂ 'ਚ ਅਰਪਣ ਕਰ। ਤੋ ਸਤਿਗੁਰੂ ਕਹਿੰਦੇ ਇਹਦਾ ਕਾਰਨ ਇੱਕ ਹੋਰ ਹੈ। ਅਗਲੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਹੂ ਭਗਵਾਨ। ਸਤਿਗੁਰੂ ਜੀ ਕਹਿੰਦੇ ਨੇ ਦੁਰਮਤ ਸਿਉ, ਭੈੜੀ ਮਤ ਨਾਲ। ਦੁਰਮਤ ਦਾ ਮਤਲਬ ਹੈ ਇੱਥੇ ਭੈੜੀ ਮਤ। ਦੁਰਮਤ ਸਿਉ ਨਾਨਕ ਫਦਿਓ, ਫਦਿਓ ਦਾ ਮਤਲਬ ਫਸ ਗਿਆ ਹੈ, ਜਿਵੇਂ ਫੰਦਾ ਪੈ ਜਾਂਦਾ ਨਾ, ਇਸ ਤਰ੍ਹਾਂ ਦੁਰਮਤ ਦਾ, ਭੈੜੀ ਮਤ ਦਾ ਇਸ ਮਨ ਨੂੰ ਫੰਦਾ ਪਿਆ ਹੋਇਆ, ਨਿਕਲਣਾ ਬੜਾ ਔਖਾ ਹੋਇਆ। ਤੇ ਹੁਣ ਬੇਨਤੀ ਕਰੇ ਰਾਖ, ਰੱਖ ਦਾ ਮਤਲਬ ਰੱਖਿਆ ਕਰ, ਮੈਨੂੰ ਰੱਖ ਲੈ, ਮੈਨੂੰ ਬਚਾ ਲੈ। ਰਾਖ ਲਿਓ ਭਗਵਾਨ, ਹੈ ਵਾਹਿਗੁਰੂ ਜੀ ਤੂੰ ਮੇਰੀ ਇਸ ਭੈੜੀ ਮਤ ਤੋਂ ਰੱਖਿਆ ਕਰ। ਹੁਣ ਸਾਧ ਸੰਗਤ ਧਿਆਨ ਦੇਣਾ, ਸਤਿਗੁਰੂ ਜੀ ਭੈੜੀ ਮਤ ਤੋਂ ਰੱਖਿਆ ਕਰਨ ਦੀ ਬੇਨਤੀ ਕਰ। ਅਸੀਂ ਅਰਦਾਸਾਂ ਕਰਦੇ ਹਾਂ, ਬਹੁਤ ਕਰਦੇ ਹਾਂ, ਪਰ ਇਹ ਅਰਦਾਸ ਵੀ ਅਸੀਂ ਕਰ ਲਈਏ ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਮਰਪਿਤ ਹੋ ਕੇ ਕਿ ਦੁਰਮਤ ਸਿਓ ਨਾਨਕ ਫਤਿਓ ਰਾਖ ਲਿਓ ਭਗਵਾਨ। ਐ ਵਾਹਿਗੁਰੂ ਜੀ ਮੈਂ ਮਾੜੀ ਮਤ ਵਿੱਚ, ਭੈੜੀ ਮਤ ਵਿੱਚ ਫਸਿਆ ਪਿਆ, ਇਹ ਤੋਂ ਮੈਨੂੰ ਕੱਢ, ਇੱਥੋਂ ਮੈਨੂੰ ਬਚਾ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਹੁਣ ਕੀ ਕਿਰਪਾ ਕੀਤੀ ਹੈ ਜੀ। ਅਗਲੇ ਸ਼ਲੋਕ ਵਿੱਚ ਦੇਖੋ ਜੀ, ਸਤਿਗੁਰੂ ਜੀ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਬਾਲ ਜਵਾਨੀ ਯਾਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹਿੰਦੇ ਬਾਲ, ਬਾਲ ਦਾ ਮਤਲਬ ਹੈ ਬਚਪਨਾ, ਜਵਾਨੀ, ਜਵਾਨੀ ਤੇ ਬੁਢੇਪਾ। ਬਿਰਧ ਫੁਨ ਦਾ ਮਤਲਬ ਬੁਢੇਪਾ। ਹੁਣ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਇਹ ਤਿੰਨ ਅਵਸਥਾਵਾਂ ਸਭ ਤੇ ਆਉਂਦੀਆਂ। ਕੋਈ ਬੰਦਾ ਨਹੀਂ ਕਹਿੰਦਾ ਮੈਂ ਸਿੱਧਾ ਹੀ ਜਵਾਨ ਹੋਇਆ, ਨਾ ਕੋਈ ਸਿੱਧਾ ਬਿਰਧ ਹੋ ਸਕਦਾ ਹੈ। ਪਹਿਲਾਂ ਬਚਪਨ ਆਏਗਾ, ਫਿਰ ਜਵਾਨੀ ਆਏਗੀ, ਫਿਰ ਬੁਢੇਪਾ ਆਏਗਾ। ਤਾਂ ਸਤਿਗੁਰੂ ਜੀ ਕਹਿੰਦੇ ਤਿੰਨੇ ਅਵਸਥਾ ਸਭ ਤੇ ਆਉਂਦੀਆਂ, ਪਰ ਧਿਆਨ ਦੇਣਾ ਇਹ ਤਿੰਨੇ ਅਵਸਥਾਵਾਂ ਦੇ ਵਿੱਚ ਹੀ ਜੇ ਕਿਤੇ ਗੁਰਮੁਖਤਾਈ ਮਿਲ ਜਾਵੇ ਤੇ ਫਿਰ ਸਾਡਾ ਜੀਵਨ ਸਵਰ ਜਾਂਦਾ। ਆਪ ਤੁਹਾਡੇ ਬਾਲਪਨ ਨੂੰ ਸੰਭਾਲਣ ਦਾ ਯਤਨ ਐਜੂਕੇਟ ਪੰਜਾਬ ਪ੍ਰੋਜੈਕਟ ਕਰਦੇ ਕਿ ਕਿਤੇ ਬਾਲਪਨ ਸਾਂਭਿਆ ਜਾਵੇ। ਜਵਾਨ ਵੀਰ ਜਿਹੜੇ ਬੈਠੇ ਨੇ ਉਹਨਾਂ ਲਈ ਇਹ ਯਤਨ ਵਾਹਿਗੁਰੂ ਜੀ ਕਿਰਪਾ ਕਰਕੇ ਕਰ ਰਹੇ। ਜਵਾਨੀ ਔਰ ਬਿਰਧ ਫੁਨ ਤੇ ਤੀਜੀ ਗੱਲ ਹੈ ਬਿਰਧ ਅਵਸਥਾ। ਇਹ ਤਿੰਨੇ ਅਵਸਥਾਵਾਂ ਨੂੰ ਜਾਣ ਲੈ ਸੱਚ ਕਰ, ਸੱਚ ਨੇ ਇਹ ਵਾਹਿਗੁਰੂ ਜੀ ਨੇ ਦਿੱਤੀਆਂ ਨੇ, ਇਹ ਅਵਸਥਾਵਾਂ ਆਉਂਦੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਨਾਨਕ ਹਰ ਭਜਨ ਬਿਨ, ਪਰ ਕਹਿੰਦੇ ਹਰੀ ਦੇ ਭਜਨ ਤੋਂ ਬਿਨਾ, ਹਰੀ ਦੇ ਨਾਮ ਤੋਂ ਬਿਨਾ, ਉਹਦੇ ਸਿਮਰਨ ਤੋਂ ਬਿਨਾ, ਉਹਦੀਆਂ ਵਡਿਆਈਆਂ ਤੋਂ ਬਿਨਾ, ਉਹਦੇ ਗੁਣਾਂ ਤੋਂ ਬਿਨਾ ਕੀ ਹੋਏਗਾ? ਬਿਰਥਾ ਸਭ ਹੀ ਮਾਨ। ਇਹ ਗੱਲ ਮੰਨ ਲੈ। ਹੁਣ ਇੱਥੇ ਮਾਨ ਸ਼ਬਦ ਆਇਆ, ਦੇਖੋ ਮਾਨ ਸ਼ਬਦ ਪਹਿਲਾਂ ਵੀ ਅਸੀਂ ਪੜ੍ਹ ਕੇ, ਉੱਥੇ ਮਨ ਕੋ ਮਾਨ ਹੈ, ਇੱਥੇ ਮਾਨ ਦਾ ਅਰਥ ਮੰਨਣਾ। ਉੱਥੇ ਮਾਨ ਦੇ ਨੰਨੇ ਨੂੰ ਔਂਕੜ ਸੀ, ਇੱਥੇ ਮਾਨ ਦੇ ਨੰਨੇ ਨੂੰ ਔਂਕੜ ਨਹੀਂ ਹੈ। ਮਾਨ ਦਾ ਮਤਲਬ ਮੰਨਣਾ ਹੈ। ਇਹ ਗੱਲ ਮੰਨ ਲੈ, ਇਹ ਗੱਲ ਸਮਝ ਲੈ, ਤੂੰ ਜਾਣ ਲੈ ਬਈ ਇਹ ਤੇਰਾ ਬਚਪਨ ਵੀ, ਤੇਰੀ ਜਵਾਨੀ ਵੀ ਤੇ ਤੇਰਾ ਬੁਢੇਪਾ ਵੀ ਵਿਅਰਥ ਚਲਾ ਜਾਏਗਾ ਜੇ ਕਿਤੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪੇ। ਇਸ ਕਰਕੇ ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਵੀ ਤੂੰ ਪਰਮਾਤਮਾ ਦਾ ਨਾਮ ਜਪ ਲੈ, ਬਚਪਨ ਵਿੱਚ ਜਪ ਲੈ। ਬਚਪਨ ਵਿੱਚ ਜਪਿਆ ਜਾ ਸਕਦਾ ਹੈ, ਪਰ ਉਹਦੇ ਲਈ ਕੀ ਚਾਹੀਦਾ ਆ? ਉਹਦੇ ਲਈ ਮਾਂ ਚਾਹੀਦੀ, ਜਪਣ ਵਾਲੀ ਮਾਂ, ਜਿਵੇਂ ਬਾਬਾ ਫਰੀਦ ਜੀ ਦੀ ਮਾਂ ਹੈ। ਉਹਦੇ ਲਈ ਸਾਨੂੰ ਬਚਪਨ ਦੇ ਮਾਹੌਲ ਨੂੰ ਇਸ ਤਰ੍ਹਾਂ ਬਣਾਉਣਾ ਪਵੇਗਾ। ਆ ਜਪਣ ਦੇ ਯਤਨ ਹੀ ਤੇ ਹੋ ਰਹੇ ਨੇ, ਇੱਥੇ ਜਪਣ ਵਿੱਚ ਬਚਪਨ ਲੱਗ ਜਾਏ। ਜੋ ਬਚਪਨ ਜਪਣ ਵਿੱਚ ਲੱਗ ਗਿਆ ਉਹਦੀ ਜਵਾਨੀ ਸਾਰਥਕ ਹੋ ਜਾਏ। ਜੇ ਗੁਰੂ ਦੀ ਗੋਦ ਵਿੱਚ ਬਚਪਨ ਬੀਤਿਆ ਹੋਵੇ ਨਾ, ਗੁਰੂ ਦੀ ਗੋਦ ਦਾ ਮਤਲਬ ਗੁਰੂ ਦੀ ਵਿਚਾਰਧਾਰਾ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਮਤ ਅਨੁਸਾਰ
ਜੇ ਬਚਪਨ ਬੀਤਿਆ ਗੁਰਮਤਿ ਵਿੱਚ ਬੀਤਿਆ ਬਚਪਨ, ਗੁਰੂ ਦੀ ਗੋਦ ਵਿੱਚ ਬੀਤਿਆ ਬਚਪਨ, ਉਹ ਜਵਾਨੀ ਫਿਰ ਬੜੀ ਚੰਗੀ ਹੋਵੇਗੀ, ਉਹ ਜਵਾਨੀ ਸਾਰਥਕ ਹੋਵੇਗੀ, ਉਹ ਜਵਾਨੀ ਸੁਧਾਰ ਕਰਨ ਵਾਲੀ ਹੋਵੇਗੀ, ਉਹ ਜਵਾਨੀ ਜੀਵਨ ਵਾਲੀ ਹੋਵੇਗੀ। ਤੇ ਕਹਿੰਦੇ ਫਿਰ ਉਹ ਜਵਾਨੀ ਜਿਹੜੀ ਗੁਰੂ ਵਿੱਚ ਬੀਤੀ ਹੋਈ, ਸੇਵਾ ਵਿੱਚ, ਸਿਮਰਨ ਵਿੱਚ ਬੀਤੀ, ਫਿਰ ਉਹ ਬੁਢੇਪਾ ਜਿਹੜਾ ਕਦੇ ਚਿੰਤਾ ਵਾਲਾ ਨਹੀਂ ਹੋਏਗਾ, ਦੁੱਖ ਵਾਲਾ ਨਹੀਂ ਹੋਏਗਾ, ਤੇ ਫਿਰ ਉਦੋਂ ਅੱਗੇ ਮੌਤ ਦਾ ਭੈ ਵੀ ਨਹੀਂ ਵਿਆਪੇਗਾ। ਕਿਉਂ? ਕਿਉਂ ਕਹਿੰਦੇ ਜੇ ਇਹ ਪਰਮਾਤਮਾ ਦਾ ਨਾਮ ਜਪ ਲਿਆ, ਫਿਰ ਤੇਰੀਆਂ ਤਿੰਨੇ ਉਮਰਾਂ ਸਾਰਥਕ, ਨਹੀਂ ਤੇ ਤੇਰੀ ਸਾਰੀ ਜ਼ਿੰਦਗੀ ਹੀ ਬੇਕਾਰ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਹਿਣ ਲੱਗੇ ਬਾਕੀ ਸਾਰੇ ਕੰਮ ਭਾਵੇਂ ਤੂੰ ਬਚਪਨ ਵਿੱਚ ਜੋ ਮਰਜ਼ੀ ਕੀਤਾ ਹੋ, ਜੋ ਮਰਜ਼ੀ ਚੰਗੀਆਂ ਖੇਡਾਂ ਖੇਡੀਆਂ ਹੋਣ, ਜੋ ਜਾਂ ਮਰਜ਼ੀ ਤੇਰਾ ਸੋਹਣਾ ਬਚਪਨ ਬੀਤਿਆ ਹੋਵੇ, ਜਵਾਨੀ ਜੋ ਦੀ ਮਰਜ਼ੀ ਬੀਤੀ ਹੋਵੇ, ਪਰ ਜੇ ਪ੍ਰਮਾਤਮਾ ਦਾ ਨਾਮ ਨਹੀਂ ਤੇ ਵਿਅਰਥ, ਫਿਰ ਕਿਸੇ ਕੰਮ ਦਾ। ਤਾਂ ਸਤਿਗੁਰੂ ਜੀ ਨੇ ਅਗਲੇ ਸ਼ਲੋਕ ਵਿੱਚ ਕੀ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਕਰਨੋ ਹੁਤੋ ਸੋਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਬਤ ਅੰਧ। ਬੜਾ ਸੋਹਣਾ ਵਿਚਾਰ ਪਾਤਸ਼ਾਹ ਨੇ ਦਿੱਤਾ। ਸਤਿਗੁਰੂ ਕਹਿੰਦੇ ਕਰਨੋ ਹੁਤੋ ਸੋ ਨਾ ਕੀਓ, ਜੋ ਤੈਨੂੰ ਕਰਨਾ ਚਾਹੀਦਾ ਸੀ ਉਹ ਤੇ ਤੂੰ ਕੀਤਾ ਹੀ ਨਹੀਂ। ਕਰਨੋ ਹੁਤੋ ਸੋ ਨਾ ਕੀਓ, ਜਿਹੜਾ ਕੰਮ ਕਰਨਾ ਸੀ ਉਹ ਕੀਤਾ ਕੋਈ ਨਹੀਂ। ਤੇ ਕਿਉਂ ਨਹੀਂ ਕੀਤਾ? ਕਿਉਂਕਿ ਲੋਭ ਨੇ ਨਹੀਂ ਕਰਨਾ। ਕਰਨਾ ਚਾਹੁੰਦਾ ਸੀ ਪਰ ਲੋਭ ਦਾ ਫੰਦਾ ਪਿਆ ਹੋਇਆ, ਇਸ ਕਰਕੇ ਕਰ ਨਹੀਂ ਸਕੇ। ਲੋਭ ਦੇ ਫੰਦੇ ਕਾਰਨ ਅੱਗੇ ਵਧ ਨਹੀਂ ਸਕਦਾ, ਵਧਣਾ ਚਾਹੁੰਦਾ ਹੈ ਔਰ ਫੰਦਾ ਪਿਆ ਹੈ, ਰੱਸੀ ਬੰਨੀ ਹੋਈ ਹੈ, ਕਿਵੇਂ ਅੱਗੇ ਵਧੇ? ਨਹੀਂ ਵਧ ਸਕਦਾ। ਲਾਲਚ ਦਾ ਜਾਲ ਹੈ, ਉਹਦੇ ਵਿੱਚ ਫਸ ਗਿਆ, ਤੇ ਲਾਲਚ ਦੇ ਜਾਲ ਵਿੱਚ ਫਸਿਆ ਹੋਇਆ ਜਿਹੜੇ ਕਰਮ ਕਰ ਰਿਹਾ ਨਾ, ਉਹ ਕਰਮ ਸਾਰਥਕ ਹੋ ਨਹੀਂ। ਜਿਹੜਾ ਕੰਮ ਕਰਨਾ ਸੀ ਉਹ ਤੇ ਕੀਤਾ ਹੀ ਕੋਈ ਨਹੀਂ, ਤਨ ਕਰਕੇ ਕਰ ਰਹੇ। ਧਰਮ ਦੇ ਕੰਮ ਵੀ ਅੱਜ ਤਨ ਕਰਕੇ ਕਰ ਰਹੇ, ਪਰ ਮਨ ਲਾਲਚ ਵਿੱਚ ਫਸਿਆ ਪਿਆ ਹੈ, ਲੋਭ ਵਿੱਚ ਫਸਿਆ ਹੋਇਆ ਆ, ਤੇ ਲੋਭ ਦੇ ਜਾਲ ਵਿੱਚ ਫਸਿਆ ਹੋਇਆ ਮਨ ਕਿਸ ਤਰ੍ਹਾਂ ਕੰਮ ਕਰ ਰਿਹਾ? ਮੈਨੂੰ ਬੜੀ ਸੋਹਣੀ ਇੱਕ ਕਹਾਣੀ ਯਾਦ ਆਈ ਇਸ ਸਿਧਾਂਤ ਨੂੰ ਤੇ ਸਪਸ਼ਟ ਕਰੇ। ਆਪ ਜੀ ਨੇ ਸੁਣੀ ਵੀ ਹੋਏਗੀ, ਪਰ ਬੜੀ ਪ੍ਰੇਰਨਾਦਾਇਕ ਉਹ ਕਹਾਣੀ ਹੈ ਕਿ ਤੋਤੇ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਸਾਨੂੰ ਜਾਲ ਲਾਉਣ ਵਾਲਾ ਬੰਦਾ ਜਿਹੜਾ ਆਉਂਦਾ ਨਾ, ਸ਼ਿਕਾਰੀ, ਇਹ ਫੜਦਾ। ਪਰ ਜਾਲ ਲਾਉਣ ਵਾਸਤੇ ਪਹਿਲਾਂ ਸਾਡੇ ਲਈ ਲਾਲਚ ਖਿਲਾਰਦਾ ਆ, ਤੇ ਲਾਲਚ ਕਾਹਦਾ ਦਿੰਦਾ? ਦਾਣੇ ਦਾ। ਸ਼ਿਕਾਰੀ ਆਉਂਦਾ ਆ, ਦਾਣਾ ਖਿਲਾਰ, ਜਾਲ ਲਾ ਕੇ ਦਾਣਾ ਖਿਲਾਰ ਦਿੰਦਾ ਹੈ, ਦਾਣਾ ਪਾ ਦਿੰਦਾ ਹੈ, ਤੇ ਲੋਭ ਵਿੱਚ, ਲਾਲਚ ਵਿੱਚ ਦਾਣੇ ਦੇ ਲਈ ਆ ਕੇ ਫਸ ਜਾਂਦਾ ਹੈ। ਤੋਤੇ ਆ ਕੇ ਫਸ ਜਾਂਦੇ ਨੇ ਵਿੱਚ, ਜਾਲ ਖਿੱਚ ਕੇ ਲੈ ਜਾਂਦਾ। ਹੁਣ ਇੱਕ ਤੋਤੇ ਨੂੰ ਇਸ ਗੱਲ ਦੀ ਸਮਝ ਆ ਗਈ। ਹੁਣ ਜਿਹਨੂੰ ਸਮਝ ਆ ਗਈ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਦਾ ਯਤਨ ਕਰਦਾ। ਸਤਸੰਗ ਤੇ ਗੱਲ ਪੱਕੀ ਹੈ, ਜਦੋਂ ਜਿਸ ਮਨੁੱਖ ਨੂੰ ਸਮਝ ਆਏਗੀ, ਪਰ ਇਹ ਗੱਲ ਦੇਖਣੀ ਪਏਗੀ ਉਹਨੂੰ ਸਮਝ ਕਿਸ ਦਿਸ਼ਾ ਵਿੱਚ ਆਈ। ਇਹ ਨਾ ਹੋਵੇ ਵੀ ਉਹ ਆਪਣੇ ਮਨ ਦੀ ਸਮਝ ਨਾਲ ਦੂਜਿਆਂ ਨੂੰ ਸਮਝਾਵੇ। ਜੇ ਤੇ ਗੁਰੂ ਦੀ ਸਮਝ ਆ ਗਈ ਹੈ, ਗੁਰਬਾਣੀ ਅਨੁਸਾਰ ਸੋਝੀ ਆ ਗਈ ਹੈ, ਤੇ ਗੱਲ ਸਾਰਥਕ ਹੋਏਗੀ। ਨਹੀਂ ਤੇ ਕਈ ਵਾਰ ਅਸੀਂ ਸਮਝਾਉਣ ਵਾਲੇ ਵੀ ਦੂਜਿਆਂ ਨੂੰ ਵਿਗਾੜਨ ਤੇ ਤੁਰ ਪੈਂਦੇ, ਕਿਉਂਕਿ ਅਸੀਂ ਆਪਣੇ ਮਨ ਦੀ ਮੱਤ ਨਾਲ ਦੂਜਿਆਂ ਨੂੰ ਕਿਵੇਂ ਸਮਝਾਵਾਂਗੇ ਜਦੋਂ ਸਾਡਾ ਆਪਣਾ ਮਨ ਹੀ ਇਸ ਤਰ੍ਹਾਂ ਦਾ। ਇਸ ਲਈ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਗੁਰੂ ਦੇ ਕੋਲੋਂ, ਗੁਰਮਤਿ ਅਨੁਸਾਰ। ਗੁਰਮਤਿ ਸਾਨੂੰ ਕਿੱਥੋਂ ਪਤਾ ਲੱਗੇਗੀ? ਜੋ ਅਸੀਂ ਪਾਵਨ ਬਾਣੀ ਦੀ ਵਿਚਾਰ ਕਰ ਰਹੇ। ਗੁਰਬਾਣੀ ਵਿੱਚੋਂ ਸਾਨੂੰ ਗੁਰਮਤਿ ਲੱਭਣੀ, ਹੋਰ ਕਿਤੋਂ ਨਹੀਂ ਲੱਭਣੀ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਤਾਂ ਸਤਿਗੁਰੂ ਕਹਿੰਦੇ ਨੇ ਲੋਭ ਦੇ ਫੰਦੇ ਵਿੱਚ ਫਸ ਗਏ। ਤੇ ਫਸਣ ਦਾ ਕਾਰਨ ਕੀ ਸੀ? ਕਿਉਂਕਿ ਲਾਲਚ ਦਾ ਦਾਣਾ ਦਿਖ ਰਿਹਾ। ਹੁਣ ਹੋਇਆ ਕੀ ਆ, ਇੱਕ ਤੋਤੇ ਨੂੰ ਪਤਾ ਲੱਗਿਆ, ਉਹ ਆਪਣੀ ਬਾਕੀ ਸਾਰੇ ਬੱਚਿਆਂ ਨੂੰ ਸਿਖਾਉਂਦਾ ਆ। ਕਹਿੰਦਾ ਸ਼ਿਕਾਰੀ ਆਏਗਾ, ਚਾਲ ਪਾਏਗਾ, ਚੋਗਾ ਖਿਲਾਰੇਗਾ, ਤੁਸੀਂ ਚੁਗਣਾ। ਉਹਨਾਂ ਰੱਟ ਲਿਆ, ਰੱਟਾ ਲਾ ਲਿਆ। ਸ਼ਿਕਾਰੀ ਆਏਗਾ, ਜਾਲ ਲਾਏਗਾ, ਚੋਗਾ ਪਾਏਗਾ, ਅਸੀਂ ਫਸਣਾ। ਗੀਤ ਬਣਾ ਲਿਆ, ਗੀਤ, ਤੇ ਗੀਤ ਬਣਾ ਕੇ ਘਰ ਸ਼ਿਕਾਰੀ ਆਇਆ। ਸ਼ਿਕਾਰੀ ਨੂੰ ਚਿੰਤਾ ਪੈ ਗਈ, ਇਹਨਾਂ ਨੂੰ ਤੇ ਪਤਾ ਲੱਗ ਗਿਆ ਇਹ ਨਹੀਂ ਫਸਣ ਵਾਲੇ ਮੇਰੇ ਨਾਲ। ਸੋਚਦਾ ਰਿਹਾ, ਪਰ ਥੋੜੀ ਦੇਰ ਬਾਅਦ ਉਹਨੇ ਸੋਚਿਆ ਵੀ ਚਲੋ ਜਾਲ ਪਾ ਕੇ ਦੇਖਦੇ, ਕੀ ਪਤਾ ਕੋਈ ਆ ਹੀ ਜਾਵੇ। ਜਾਲ ਲਾਇਆ, ਚੋਗਾ ਖਿਲਾਰਿਆ, ਤੇ ਜਿਹੜੇ ਸਾਰੇ ਬੋਲ ਰਹੇ ਸਨ, ਲੋਭ ਦੇਖਿਆ, ਜਦੋਂ ਲਾਲਚ ਵਿੱਚ ਆਏ, ਦਾਣਾ ਦੇਖਿਆ, ਸਾਰੇ ਆ ਕੇ ਬਹਿ ਗਏ। ਨਾਲੇ ਗਾਈ ਜਾਂਦੇ, ਸ਼ਿਕਾਰੀ ਆਏਗਾ, ਚਾਲ ਪਾਏਗਾ, ਚੋਗਾ ਖਿਲਾਰੇਗਾ,
ਅਸੀਂ ਫਸਣਾ ਨਹੀਂ। ਸ਼ਿਕਾਰੀ ਬੜਾ ਹੱਸਿਆ, ਕਹਿੰਦਾ ਤੇ ਗੱਲ ਹੀ ਬੜੀ ਵਧੀਆ ਹੋਈ, ਗਾ ਵੀ ਰਹੇ ਨੇ ਤੇ ਫਸ ਵੀ ਗਏ ਨੇ, ਚਲੋ ਮੈਂ ਕੀ ਲੈਣਾ, ਇਹਨਾਂ ਫਸਿਆਂ ਦਾ ਗੀਤ ਵੀ ਸੁਣਦੇ ਤੇ ਲੈ ਕੇ ਜਾਂਦੇ ਹਾਂ। ਉਹਨਾਂ ਫਸਿਆਂ ਨੂੰ ਉਹ ਲੋਭ ਦੇ ਫੰਦੇ ਵਿੱਚ ਫਸਾ ਕੇ ਆਪਣੇ ਉੱਪਰ ਰੱਖ ਕੇ ਤੁਰਿਆ ਜਾਂਦਾ ਹੈ, ਤੇ ਉਹ ਗੀਤ ਗਾਉਂਦੇ ਜਾਂਦੇ ਨੇ ਸਾਰੇ, ਸ਼ਿਕਾਰੀ ਆਏਗਾ, ਚਾਲ ਪਾਏਗਾ, ਚੋਗਾ ਖਿਲਾਰੇਗਾ, ਅਸੀਂ ਫਸਾਂਗੇ। ਬੜੀ ਸਿੱਖਿਆਦਾਇਕ ਕਹਾਣੀ। ਗੁਰੂ ਸਾਹਿਬ ਵੀ ਸਾਨੂੰ ਇਹ ਕਹਿੰਦੇ ਨੇ, ਲੋਭ ਦੇ ਫੰਦੇ ਵਿੱਚ ਫਸਿਆ ਹੈ। ਜਦੋਂ ਤੱਕ ਲੋਭ ਦਾ ਫੰਦਾ ਨਹੀਂ ਹਟਦਾ, ਉਦੋਂ ਤੱਕ ਕਰਨ ਵਾਲਾ ਕੰਮ ਕਰ ਨਹੀਂ ਸਕਦਾ। ਜੋ ਕੁਝ ਕਰ ਰਿਹਾ ਨਾ ਲੋਭ ਦੇ ਫੰਦੇ ਦੇ ਵਿੱਚ, ਉਹ ਠੀਕ ਨਹੀਂ, ਉਹਨੂੰ ਵਿਚਾਰਨਾ ਪਵੇਗਾ। ਹਰ ਮਨੁੱਖ ਨੂੰ ਵਿਚਾਰਨ ਦੀ ਲੋੜ ਹੈ ਕਿ ਜੋ ਮੈਂ ਕਰ ਰਿਹਾ ਠੀਕ ਕਰ ਰਿਹਾ, ਇਹ ਤੇ ਲੋਭ ਦੇ ਫੰਦੇ ਵਿੱਚ ਫਸ ਕੇ ਤੇ ਨਹੀਂ ਕਰ ਰਿਹਾ। ਕਰਨੋ ਹੋ ਤੋ ਨਾ ਕੀਓ, ਪਰਿਓ ਲੋਭ ਕੇ ਫੰਦ, ਨਾਨਕ ਸਮਿਓ ਰਾਮ ਗਇਓ। ਹੁਣ ਕਹਿੰਦੇ ਹੋਇਆ ਕਿ ਹੌਲੀ ਹੌਲੀ ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਜਾ ਰਿਹਾ, ਤੇ ਜਦੋਂ ਅਖੀਰ ਆ ਜਾਂਦਾ ਆ, ਤੇ ਫਿਰ ਅਖੀਰ ਤੇ ਦੇਖਦਾ ਆ ਕਿ ਮੈਂ ਤਾਂ ਲਾਲਚ ਵਿੱਚ ਹੀ ਫਸਿਆ ਰਿਹਾ, ਪਰ ਜਿਨ੍ਹਾਂ ਲਾਲਚਾਂ ਵਿੱਚ ਫਸ ਕੇ ਮੈਂ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲਈ, ਅਖੀਰੀ ਸਮੇਂ ਤੇ ਫਿਰ ਇਸ ਅੰਨੇ ਬੰਦੇ ਨੂੰ ਸਮਝ ਆਉਂਦੀ ਹੈ, ਫਿਰ ਇਹ ਰੋਂਦਾ ਹੈ। ਫਿਰ ਮਾਇਆ ਵਿੱਚ ਅੰਨੇ ਹੋਏ, ਲਾਲਚ ਵਿੱਚ ਅੰਨੇ ਹੋਏ ਮਨੁੱਖ ਨੂੰ ਸਤਿਗੁਰੂ ਕਹਿੰਦੇ ਫਿਰ ਹੁਣ ਰੋਣ ਦਾ ਕੀ ਫਾਇਦਾ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵ ਤੰਦ, ਹੁਣ ਰੋਣ ਦਾ ਕੀ ਫਾਇਦਾ। ਇਸ ਕਰਕੇ ਪਹਿਲਾਂ ਤੋਂ ਸੰਭਾਲਣਾ ਹੈ ਆਪਣੇ ਆਪ ਨੂੰ। ਔਰ ਇਸ ਲਈ ਸਤਿਗੁਰੂ ਜੀ ਨੇ ਪਾਵਨ ਬਾਣੀ ਚ ਕਿਹਾ, ਜੇ ਤੈਨੂੰ ਅੱਜ ਸਮਝ ਆਈ ਨਾ ਤੇ ਅੱਜ ਤੋਂ ਸ਼ੁਰੂ ਕਰ, ਹੁਣ ਤੋਂ ਹੀ ਸ਼ੁਰੂ ਕਰ ਲੈ, ਦੇਰੀ ਨਾ ਕਰ, ਕਿਉਂਕਿ ਜੇ ਨੇਕੀ ਦੇ ਕੰਮ ਦੀ ਵਿਚਾਰ ਆਏ ਤੇ ਦੇਰੀ ਕਰੀ ਨਾ। ਬਿਲਮ ਧਰਮੰ ਨਹਿ ਬਿਲਮ, ਬਿਲਮ ਪਾਪੰ ਨਹਿ ਬਿਲਮ ਧਰਮ। ਧਰਮ ਕਮਾਉਣ ਵਿੱਚ ਕਦੇ ਦੇਰੀ ਨਾ ਕਰੀ, ਪਾਪ ਕਮਾਉਣ ਵਿੱਚ ਦੇਰੀ ਕਰਦੇ। ਅਗਲੇ ਸ਼ਲੋਕ ਦੇ ਵਿੱਚ ਹੁਣ ਸਤਿਗੁਰੂ ਜੀ ਕੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਨੇ ਕਿਰਪਾ ਕੀਤੀ ਪਾਵਨ ਬਚਨ ਦੇ ਅੰਦਰ, ਕਹਿਣ ਲੱਗੇ ਕਿ ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹਨ ਮੀਤ, ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਨ ਭੀਤ। ਮਨ ਜਿਹੜਾ ਆ ਉਹ ਮਾਇਆ ਦੇ ਵਿੱਚ ਰਮ ਗਿਆ, ਰਮਿਆ ਗਿਆ ਮਤਲਬ ਲੀਨ ਹੋ ਗਿਆ। ਮਾਇਆ ਦੇ ਸੰਬੰਧ ਵਿੱਚ ਅਸੀਂ ਜਦੋਂ ਚਾਲ ਕਰੀਏ ਤਾਂ ਸਾਡਾ ਸਿੱਧਾ ਜਿਹਾ ਸੰਬੰਧ ਜਿਹੜਾ ਦੌਲਤ ਵੱਲ, ਧਨ ਵੱਲ, ਸੰਪਤੀ ਵੱਲ, ਰੁਪਈਏ ਪੈਸੇ ਵੱਲ ਆ ਜਾਂਦਾ, ਇਹ ਮਾਇਆ ਹੈ। ਪਰ ਇਹ ਮਾਇਆ ਨਹੀਂ, ਮਾਇਆ ਅਸਲ ਵਿੱਚ ਕੀ ਹੈ। ਵੈਸੇ ਤੇ ਜੇ ਵਿਸਤਾਰ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤੇ ਹਰ ਚੀਜ਼ ਹੀ ਮਾਇਆ ਹੈ। ਔਰ ਗੁਰੂ ਸਾਹਿਬ ਨੇ ਸਿੱਧੇ ਜਿਹੇ ਸ਼ਬਦਾਂ ਵਿੱਚ ਸਾਨੂੰ ਸਮਝਾ ਦਿੱਤਾ, ਸੌਖਾ ਜਿਹਾ, ਵੀ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲੈ। ਉਹ ਹਰ ਚੀਜ਼ ਮਾਇਆ ਹੈ, ਜਿਸ ਚੀਜ਼ ਨਾਲ ਮੋਹ ਉਤਪਨ ਹੁੰਦਾ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲੈ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ। ਹੁਣ ਦੇਖੋ ਬਾਕੀ ਸਾਰਾ ਕੁਝ ਮਾਇਆ ਹੀ ਹੈ ਨਾ। ਹੁਣ ਇੱਥੇ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਜਿਹਦੇ ਨਾਲ ਹਰੀ ਪ੍ਰਮਾਤਮਾ ਭੁੱਲ ਗਿਆ, ਵਿਸਰ ਗਿਆ ਤੇ ਮੋਹ ਉਤਪਨ ਹੋ ਗਿਆ। ਹੁਣ ਮਾਇਆ ਨਹੀਂ ਖਤਰਨਾਕ, ਮਾਇਆ ਦਾ ਮੋਹ ਵੱਡਾ ਖਤਰਨਾਕ ਹੈ। ਜਦੋਂ ਮੋਹ ਵਿੱਚ ਫਸ ਜਾਂਦੇ ਉਦੋਂ, ਹੁਣ ਮਾਇਆ ਤੇ ਅੱਜ ਕੁਝ ਪੰਜਾਬ ਪ੍ਰੋਜੈਕਟ ਦੀ ਮੈਂ ਗੱਲ ਕਰਾਂ, ਮਾਇਆ ਆਉਂਦੀ ਹੈ ਪਰ ਉਹ ਸਾਰੀ ਐਜੂਕੇਸ਼ਨ ਤੇ ਲੱਗ ਰਹੀ ਹੈ, ਗਰੀਬ ਬੱਚਿਆਂ ਨੂੰ ਜਾ ਰਹੀ। ਗਰੀਬ ਬੱਚੇ ਉਹ ਫੀਸਾਂ ਦੇ ਕੇ ਕੀ ਕਰ ਰਹੇ ਨੇ, ਐਜੂਕੇਸ਼ਨ ਲੈ ਰਹੇ ਨੇ, ਉਹ ਫੀਸਾਂ ਉਹਨਾਂ ਨੂੰ ਮਿਲ ਰਹੀਆਂ ਨੇ। ਮਾਇਆ ਨਾਲ ਤੇ ਹਰ ਕੰਮ ਚੱਲਦਾ ਹੈ। ਮਾਇਆ ਨਾ ਹੁੰਦੀ, ਪੈਸੇ ਨਾ ਹੁੰਦੇ ਤੇ ਮੈਂ ਇੰਟਰਨੈਟ ਨਹੀਂ ਪਵਾ ਸਕਦਾ ਸੀ, ਆਪ ਨੇ ਨਾਲ ਗੱਲ ਹੀ ਨਹੀਂ ਕਰ ਸਕਦਾ ਸੀ। ਮਾਇਆ ਦਾ ਮੋਹ ਗਲਤ ਹੈ। ਮਨ ਮਾਇਆ ਮੈਂ ਰਮ ਗਿਆ, ਜਦੋਂ ਮਨ ਮਾਇਆ ਦੇ ਮੋਹ ਵਿੱਚ ਫਸ ਜਾਵੇ ਫਿਰ ਉਸ ਵਕਤ ਨਿਕਸਤ ਨਾਹਨ ਮੀਤ, ਕਹਿਣ ਲੱਗੇ ਇਹ ਫਿਰ ਨਿਕਲਦਾ ਹੀ ਨਹੀਂ ਵਿੱਚ। ਮਨ ਮਾਇਆ ਮੈਂ ਰਮ ਰਹੋ, ਨਿਕਸਤ ਨਾਹਨ ਮੀਤ, ਵਿੱਚੋਂ ਨਿਕਲਦਾ ਹੀ ਨਹੀਂ। ਮਾਇਆ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ ਮਨ ਦਾ। ਦੇਖੋ ਤਨ ਮਾਇਆ ਵਿੱਚੋਂ ਨਿਕਲ ਸਕਦਾ ਹੈ ਪਰ ਮਨ ਨਹੀਂ ਨਿਕਲਦਾ। ਮੈਂ ਇੱਕ ਉਦਾਹਰਨ ਛੋਟੀ ਜਿਹੀ ਦਿੰਦਾ ਆਪ ਜੀ ਨੂੰ। ਮਾਇਆ ਜੀ ਸਮਝ ਲਈਏ ਅਸੀਂ ਦੌਲਤ ਨੂੰ ਇੱਕ ਖਿਣ ਦੇ, ਧਨ ਨੂੰ, ਰੁਪਈਏ ਪੈਸੇ ਨੂੰ। ਹੁਣ ਰੁਪਈਆ ਪੈਸਾ ਹਰ ਵੇਲੇ ਜੇਬ ਚ ਥੋੜਾ, ਤਨ ਤੇ ਥੋੜਾ ਰੱਖਦੇ, ਆਪਣੇ ਨਾਲ ਥੋੜਾ ਰੱਖਦੇ, ਬੈਂਕ ਵਿੱਚ ਪਿਆ ਹੈ, ਦੂਰ ਪਿਆ ਹੈ।
पर मन गिनती कर रहा भी किन्ने पए ने, रोज अकाउंट चेक कर लेता, मन फसिया होया विच भी किन्ने आउंदे, किन्ना इंटरस्ट आ गया, किन्ने निकल गए, किन्ने आ गए, वो हिसाब किताब रखता ना हर वेले। मैं नहीं कहता नहीं रखना चाहिए, रखना चाहिए, पर केवल फसे ही रहना माया दे विच। देखो मैं बेनती, गुरु रामदास महाराज जी के समय उन्हां दा वड्डा सुपुत्र बाबा धीर मन, वाहिगुरू जी, सॉरी प्रिथी चंद, माफ करना, प्रिथी चंद जी धन गुरु रामदास महाराज जी के बड़े सुपुत्र। हुण प्रिथी चंद ने सारा हिसाब किताब रखना होंदा सी, क्योंकि सारा प्रबंध वो चलाउंदे सी प्रिथी चंद। और प्रिथी चंद वर्गा प्रबंधक कोई नहीं, जे तुसीं इतिहास नूं पढ़ोगे, जिस ढंग नाल मसंदां कोलों पैसे लैणे, इंतजाम करना, सारा काम उन्हें सांभिया सी। हुण प्रबंधक बहुत चंगा हो जाना बहुत वड्डी गल नहीं। प्रिथी चंद बहुत वड्डा प्रबंधक सी और बहुत वधिया प्रबंध करते सी। प्रबंध नूं वड्डे बहुत वधिया कर लेना, बड़े बड़े बिजनेसमैन अपने प्रबंध बड़ा सोहना कर लेंदे, कोई वड्डी गल नहीं। पर केवल प्रबंध ही नहीं, अपने मन का भी प्रबंध ना कीता। हुण प्रबंधक बड़ा चंगा सी माफ करना प्रिथी चंद। हुण प्रिथी चंद जदों प्रबंध करदा आ ते माया गिन्नी दौलत उस वेले सिक्कियां दे रूप विच हुंदी सी, तो सिक्कियां करंसी जिहड़ी सी सिक्कियां दे रूप च हुंदी सी, कागज दी करंसी नहीं सी। तो सिक्के जिहड़े सी जदों गिणदे सी ते हत्थ काले हो जांदे सी, सिक्के वारी वारी हत्थां नाल पकड़दे हत्थ काले हो जाने। हुण माया गिणदे पए ने ते गिणदे होए हत्थ जदों काले हो जांदे ते बाटा भर के पानी दा रखिया होया, वड्डा सारा बाटा भरिया पानी दा, ਉਹ ਰੱਖਿਆ ਕੋਲ, ਉਹ ਵਾਰੀ ਵਾਰੀ ਹੱਥ ਧੋ ਲੈਣ ਨਾਲ ਤੇ ਪ੍ਰੀਤੀ ਚੰਦ ਤੇ ਨਾਲ ਮਾਇਆ ਗਿਣ ਲੈਣ, ਜਦੋਂ ਫਿਰ ਮਾਇਆ ਗਿਣ ਫਿਰ ਹੱਥ ਕਾਲੇ ਹੋ ਜਾਣ, ਫਿਰ ਹੱਥ ਧੋ ਲੈਣ। तो धन गुरु रामदास महाराज कहते प्रिथी चंद पुत्र की करदा है? धन गुरु रामदास जी का बेटा सी बड़ा प्रिथी चंद, कहने लगा महाराज माया गिणदा पिया, धन गिणदा पिया। ते कहंदे गिणदा ते ठीक है, मैनूं भी दिखदा पिया, पर बार बार हत्थ क्यों धो रहे? कहने लगा महाराज ये सिक्के गिणदियां गिणदियां हत्थ काले हो जाते। सतगुरु कहंदे बाहर सिक्के गिणदियां गिणदियां तेरे हत्थ काले हुंदे ने, जिहड़ी मन विच कदे गिनती खत्म ही नहीं हुंदी। मन तेरा रमिया पिया माया दे विच, ਉਹ तेरा मन काला नहीं हुंदा। बस आह गल सतगुरु समझाउणा चाहुंदे। कहंदे मन माया में रम रहो, निकसत नाहन मीत, नानक मूरत चित्र ज्यों छाड़त नाहन भीत। कहन लगे कहंदे ਇਹ ਇਸ ਤਰ੍ਹਾਂ ਮਨ ਫਸਿਆ ਪਿਆ ਹੈ ਜਿਵੇਂ ਕੋਈ ਕੰਧ ਦੇ ਉੱਤੇ ਕੋਈ ਚਿੱਤਰ ਬਣਾ ਦੇਵੇ, ਭਾਵ ਉਹ ਉਹਦੇ ਵਿੱਚ ਮੀਨਾਕਾਰੀ ਕਰੇ, ਭਾਵ ਉਹਨੂੰ ਕਾਰਵਿੰਗ ਕਰਕੇ ਉਹਦੇ ਵਿੱਚੋਂ ਕੱਢੀ ਜਾਵੇ, ਕੰਧ ਦੇ ਵਿੱਚ ਹੀ, ਜਿਵੇਂ ਪੱਥਰ ਦੇ ਵਿੱਚ ਅਸੀਂ ਕਰਦੇ। तो हुण कंध नूं छड्डदी नहीं हो जदों तक कंध ढहिंदी नहीं। हुण मन नाल चिंबड़ी होई है ते मन नूं नहीं छड्डदी, इस करके तूं मन ही गुरु दे चरनां विच रख। गुरु साहब दा यही सिद्धांत है, ये मन ही गुरु दे चरनां छड्ड रख दे, आपे गुरु इस चिंबड़ी हुई मन ते जिहड़ी तेरी माया नूं ला देगा। इस करके यही ढंग है। अगले श्लोक विच की कृपा कर रहे हैं, श्लोक नंबर 38 जी। नर चाहत कछ और की और भई चितवत रहो ठगौर, नानक फांसी गल परी। कहने लगे नर चाहत कछ और, आदमी चाहता कुछ हो रहे, चाहता की है? देखो बंदा चितवदा रहता भी आ कुछ इंज करांगा वो करांगा, चाहता कुछ हो रहा पर हो उल्टी जाता कई बार। वो नहीं हुंदा तू चाहना, हुंदा वो आ जो वाहिगुरू जी चाहते। इस करके उसके भाने विच रहना इस नूं कहंदे। नर चाहत कछ और औरे की औरे भई चितवत रहो ठगौर। हुण ध्यान देना, एक की करदा माया दे मोह विच फसिया होया, क्योंकि उपरला श्लोक सी उहदे नाल कनैक्टेड है। कहण लगे माया दे मोह विच फसिया होया, ये चाहुंदा मैं ठग लवां, इहनूं भी ठग ला, ओहनूं भी ठग ला, ओहनूं भी ठग ला, हर पासे हर एक नूं ठगना चाहुंदा। ये गल वखरी भी ठगण दा तरीका की। कहण लगे चितवत रहो ठगौर, नानक फांसी गल परी। कहन लगे ये लगदा आ भी मैं ठग लूंगा, पर ਇਹਦੇ ਗਲ ਵਿੱਚ ਹੀ ਫਾਹੀ ਪੈ ਜਾਂਦੀ, ਗਰਦਨ ਦੇ ਦੁਆਲੇ ਹੀ ਫਾਹੀ ਪੈ ਜਾਂਦੀ ਹੈ। ਇਹ ਮਾਇਆ ਨੂੰ ਠਗਣੀ ਚਾਹੁੰਦਾ ਹੈ, ਮਾਇਆ ਨੂੰ ਠੱਗ ਕੇ ਲੈ ਜਾਂਦਾ, ਉਲਟਾ ਕੰਮ ਹੋ ਜਾਂਦਾ। ਇਹ ਤੇ ਮਾਇਆ ਨੂੰ ਠੱਗ ਨਹੀਂ ਸਕਦਾ, ਪਰ ਮਾਇਆ ਇਹਨੂੰ ਜਿੱਤ ਜਾਂਦੀ ਹੈ, ਮਾਇਆ ਇਹਨੂੰ ਠੱਗ ਜਾਂਦੀ। ਭਾਈ ਗੁਰਦਾਸ ਜੀ ਨੇ ਕਿਹਾ ਕਾਹੂ ਪੇ ਨਾ ਜੀਤੀ ਜਾਏ, ਮਾਇਆ ਜਗ ਲੁਟਾਈ। ਮਾਇਆ नहीं किसी को जिती गई, सगों माया सारे जग नूं लुट रही। अगले श्लोक दे विच सतगुरु जी हुण की कृपा कर रहे हैं। कहने लगे जतन बहुत सुख के किए, दुख को कियो ना कोई। समा हो गया इसलिए मैं समय के हिसाब नाल चलना।
जतन बहुत सुख के किए, दुख को कियो ना कोय। कहो नानक सुन रे मना, हर भावे सो होए। कहंदे जतन सुख दे बड़े की, और हर बंदा करदा जतन सुख दे जतन नहीं करदा। कोई कहंदा भी मैनू दुख मिले, जतन बहुत सुख के किए, दुख को कियो ना कोय। कहो नानक सुन रे मना, हर भावे सो होए। कहंदे जतन सुख दे करदा आ, पर मिलदा दुख दे। ਇਹਦਾ ਕਾਰਨ ਕੀ ਹੈ ਵੀ ਜਿੱਥੇ ਤੂੰ ਯਤਨ ਕਰਦਾ ਨਾ ਉੱਥੇ ਪਰੇਸ਼ਾਨੀ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਹਿਣ ਲੱਗੇ ਕਿ ਯਤਨ ਸੁਖ ਦੇ ਕੀਤੇ ਪਰ ਦੁੱਖ ਵਾਸਤੇ ਕੀਤਾ ਨਹੀਂ, ਪਰ ਦੁੱਖ ਮਿਲ ਗਿਆ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੇ ਸੋ ਹੋਏ। ਹੁੰਦਾ ਉਹ ਹੈ ਜੋ ਹਰੀ ਪਰਮਾਤਮਾ ਨੂੰ ਚੰਗਾ ਲੱਗਦਾ ਆ। ਤੇ ਹਰੀ ਪਰਮਾਤਮਾ ਨੂੰ ਚੰਗਾ ਕੀ ਲੱਗਦਾ ਆ? ਜਿਹੜੇ ਹਰੀ ਪਰਮਾਤਮਾ ਦੇ ਅਨੁਸਾਰੀ ਹੋ ਜਾਂਦੇ ਨੇ, ਉਹਨਾਂ ਨੂੰ ਹਰੀ ਨੂੰ, ਪਰਮਾਤਮਾ ਨੂੰ ਭਾ ਜਾਂਦੇ ਨੇ, ਚੰਗੇ ਲੱਗਦੇ ਨੇ। ਫਿਰ ਉਹਨਾਂ ਦੇ ਹਿੱਸੇ ਵਿੱਚ ਸਾਰੇ ਸੁੱਖ ਸਤਿਗੁਰੂ ਦੇ ਦਿੰਦਾ, ਕਿਉਂਕਿ ਨਾਮ ਉਹਨਾਂ ਦੇ ਪੱਲੇ ਹੁੰਦਾ ਆ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਨ ਕੋਈ। ਇਹ ਵੀ ਸਤਿਗੁਰੂ ਜੀ ਦਾ ਸਰੂਪ ਹੈ। ਹੁਣ ਕਹਿੰਦੇ ਯਤਨ ਸੁੱਖ ਦੇ ਕੀਤੇ ਸੀ, ਪਰ ਮਿਲਿਆ ਦੁੱਖ। ਦੁੱਖ ਦੇ ਯਤਨ ਤੇ ਨਹੀਂ ਕੋਈ ਬੰਦਾ ਕਰਦਾ, ਪਰ ਦੁੱਖ ਮਿਲਦਾ ਹੈ। ਪਰ ਇਹ ਸਮਝਦਾ ਮੈਂ ਦੁੱਖ ਦੇ ਯਤਨ ਨਹੀਂ ਕਰਦਾ, ਪਰ ਅਸਲ ਵਿੱਚ ਅੰਦਰੋਂ ਫਸ ਕੇ ਦੁੱਖ ਦੇ ਯਤਨ ਕਰ ਰਿਹਾ। ਜਿੱਥੇ ਦੁੱਖ ਹੈ ਉੱਥੇ ਸੁੱਖ ਭਾਲਣਾ ਚਾਹੁੰਦਾ ਹੈ। ਨਾਮ ਵਿੱਚ ਸੁੱਖ ਉਧਰ ਨਹੀਂ ਆਉਂਦਾ, ਪਰ ਦੁਨੀਆ ਵਿੱਚ, ਪਦਾਰਥਾਂ ਵਿੱਚ ਜਿੱਥੇ ਸਹੂਲਤਾਂ ਉਹਨਾਂ ਨੂੰ ਸੁੱਖ ਮੰਨ ਕੇ ਉਧਰ ਤੁਰ ਪੈਂਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੇ ਸੋ ਹੋਏ। ਜੋ ਹਰੀ ਨੂੰ ਪਾਉਂਦਾ ਉਹੀ ਹੁੰਦਾ ਹੈ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਜੀ। ਹਾਂਜੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ, ਪੂਰਨ ਹੋਵੇ ਕਾਮ। ਕਹਿੰਦੇ ਸਾਰਾ ਜਗਤ ਭਿਖਾਰੀ ਹੈ। ਭਿਖਾਰੀ ਦਾ ਮਤਲਬ ਅਸੀਂ ਸਮਝਦੇ ਭਿੱਖਿਆ ਮੰਗਣ ਵਾਲਾ। ਤੇ ਸਾਰਾ ਜਗਤ ਭਿੱਖਿਆ ਮੰਗਦਾ ਹੈ ਭਿਖਾਰੀ ਬਣ ਕੇ, ਪਰ ਦਾਤਾ ਉਹਨਾਂ ਦਾ ਇੱਕੋ ਹੀ ਹੈ, ਪਰਮਾਤਮਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰਾ ਜਗਤ ਭਿਖਾਰੀ ਹੈ, ਦਾਤਾ ਇੱਕੋ ਵਾਹਿਗੁਰੂ ਹੈ, ਉਹ ਹੀ ਸਾਰਿਆਂ ਨੂੰ ਦੇਣ ਵਾਲਾ ਆ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਕਾਮ। ਸਤਿਗੁਰੂ ਕਹਿੰਦੇ ਤੇਰੇ ਸਾਰੇ ਕਾਰਜ, ਮਨੁੱਖਾ ਜਨਮ ਦਾ ਕਾਰਜ ਵੀ ਤੇਰਾ ਸਫਲਾ ਹੋ ਜਾਏਗਾ। ਪਰ ਕਦੋਂ ਹੋ ਜਾਏਗਾ? ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੇ ਤੇ ਪੂਰਨ ਹੋਵੇ ਕਾਮ। ਫਿਰ ਤੇਰਾ ਜ਼ਿੰਦਗੀ ਦਾ ਕਾਰਜ ਪੂਰਾ ਹੋ ਜਾਏਗਾ, ਫਿਰ ਤੇਰੀ ਸੰਪੂਰਨਤਾ ਹੋ ਜਾਏਗੀ, ਤੇਰਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਸੋ ਇੰਨੀਆਂ ਵਿਚਾਰਾਂ ਕਰਦੇ ਹੋਏ ਖਿਮਾ ਦੇ ਜਾਚਕਾਂ, ਗਲਤੀਆਂ ਅਨੇਕਾਂ ਹੋ ਜਾਂਦੀਆਂ। ਗੁਰੂ ਜੀ ਦੀ ਬਾਣੀ ਅਗਾਧ ਵਿਚਾਰਦਿਆਂ ਤੋਂ ਹੋਈਆਂ ਗਲਤੀਆਂ ਖਿਮਾ ਸਮੂਹ ਕੈਂਪ ਲੈਂਦਾ। ਔਰ ਅੱਜ ਪੰਜਾਬ ਧੰਨਵਾਦ ਆਪ ਜੀ ਮੌਕਾ ਦਿੱਤਾ। ਔਰ ਜੇ ਕਿਸੇ ਦਾ ਕੋਈ ਬੱਚੇ ਦਾ ਸਵਾਲ ਹੋਵੇ ਤਾਂ ਮੈਂ ਆਨਸਰ ਦੇ ਸਕਦਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਅੱਜ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਸ਼ਬਦ ਵਿਚਾਰ ਸਾਂਝ ਕੀਤੀ। ਸੰਸਾਰ ਵਿੱਚ ਜੀਵਨ ਜੀਣ ਦੇ ਦੋ ਮਾਰਗ ਨੇ। ਪਹਿਲਾ ਹੈ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਜੀਵਨ ਜਿਉਣਾ, ਅਤੇ ਦੂਜਾ ਮਨ ਦੀ ਅਗਵਾਈ ਵਿੱਚ ਚੱਲ ਕੇ ਜੀਵਨ ਜਿਉਣਾ। ਤੀਜੇ ਪਾਤਸ਼ਾਹ ਫਰਮਾਉਂਦੇ ਹਨ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ, ਭਾਈ ਵਿਛੁੜੀ ਚੋਟਾ ਖਾਵੈ। ਬਿਨੁ ਸਤਿਗੁਰ ਸੁਖ ਕਦੇ ਨ ਪਾਵੈ, ਭਾਈ ਫਿਰ ਫਿਰ ਪਛਤਾਵੇ। ਭਾਵ ਜਿਹੜਾ ਮਨੁੱਖ ਗੁਰੂ ਦੇ ਭਾਣੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਸ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਮਿਲਦੇ ਹਨ, ਅਤੇ ਜਿਹੜਾ ਮਨੁੱਖ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ, ਉਸ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਸੋ ਚੋਣ ਹੁਣ ਆਪਾਂ ਕਰਨੀ ਹੈ ਜੀ ਕਿ ਅਸੀਂ ਗੁਰੂ ਦੀ ਅਗਵਾਈ ਤੋਂ ਲਾਹਾ ਖੱਟ ਕੇ ਸੁਖੀ ਜੀਵਨ ਜਿਉਣਾ ਹੈ, ਜਾਂ ਮਨ ਦੇ ਪਿੱਛੇ ਲੱਗ ਕੇ ਨੁਕਸਾਨ ਉਠਾਉਣੇ ਤੇ ਦੁੱਖ ਭੋਗਣੇ ਹਨ। ਅੱਗੇ ਜੀ ਅਗਰ ਕਿਸੇ ਦਾ ਸਵਾਲ ਹੈ ਜੀ ਤਾਂ ਆਪ ਜੀ ਆਪਣਾ ਹੈਂਡ ਰੇਜ਼ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਂ ਖਾਲਸਾ ਫਤਿਹ ਜੀ। ਮੈਂ ਇਹ ਕਹਿਣਾ ਸੀ ਕਿ ਇਹ ਬਾਣੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ, ਪਰ ਇਸ ਦੇ ਵਿੱਚ ਸ਼ਬਦ ਨਾਨਕ ਕਿਉਂ ਵਰਤਿਆ ਗਿਆ ਹੈ? ਹਾਂਜੀ, ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਬੇਟੇ, ਸ਼ਾਬਾਸ਼ ਤੁਹਾਡੇ। ਇਸ ਤਰ੍ਹਾਂ ਦੇ ਸਵਾਲ ਸਾਡੇ ਮਨ 'ਚ ਆਉਣੇ ਚਾਹੀਦੇ ਨੇ, ਔਰ ਇਹ ਸਵਾਲ ਕਰੇਗਾ ਹੀ ਉਹ ਜੋ ਧਿਆਨ ਨਾਲ ਦੇਖ ਰਿਹਾ। ਇਸ ਲਈ ਇਸ ਬੱਚੀ ਦਾ ਬੜਾ ਚੰਗਾ ਸਵਾਲ ਆ। ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਆਦਿ ਸਾਡੇ ਗੁਰੂ ਨੇ। ਗੁਰੂ ਨਾਨਕ ਸਾਹਿਬ ਜਿੱਥੋਂ ਸਿੱਖੀਜ਼ਮ ਦਾ
ਦੀ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੀ ਜੋਤ ਹੀ ਅੱਗੇ ਜਿਹੜੀ ਚੱਲੀ। ਇਸ ਲਈ ਸਰੀਰ ਨੂੰ ਨਹੀਂ, ਗੁਰੂ ਸਾਹਿਬ ਨੇ ਸ਼ਬਦ ਨੂੰ ਮੰਨਿਆ ਸੀ ਔਰ ਜਿੰਨੇ ਗੁਰੂ ਸਾਹਿਬਾਨ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਹਿਨਮਾਈ ਵਿੱਚ ਰਹਿ ਕੇ ਉਹਨਾਂ ਨੇ ਜੀਵਨ ਬਤੀਤ ਕੀਤਾ। ਔਰ ਜਦੋਂ ਉਹਨਾਂ ਨੇ ਬਾਣੀ ਲਿਖੀ ਵੀ, ਚਾਹੇ ਗੁਰੂ ਤੇਗ ਬਹਾਦਰ ਜੀ ਨੇ, ਚਾਹੇ ਪੰਜਵੇਂ ਪਾਤਸ਼ਾਹ ਨੇ, ਚਾਹੇ ਤੀਜੇ ਪਾਤਸ਼ਾਹ, ਦੂਜੇ ਪਾਤਸ਼ਾਹ ਨੇ, ਉਹਨਾਂ ਸਾਰਿਆਂ ਨੇ ਜਦੋਂ ਬਾਣੀ ਰਚੀ ਜਾਂ ਬਾਣੀ ਲਿਖੀ, ਉਚਾਰਨ ਕੀਤੀ, ਤੇ ਨਾਮ ਵੱਡੇ ਸਤਿਗੁਰਾਂ ਦਾ ਨਾਨਕ ਹੀ ਲਿਖਿਆ ਹਰ ਥਾਂ ਤੇ, ਕਿਉਂਕਿ ਉਹ ਨਾਨਕ ਦੀ ਜੋਤ, ਇਸ ਲਈ ਹਰ ਥਾਂ ਤੇ ਨਾਮ ਨਾਨਕ ਹੀ ਹੈ। ਇਹ ਖਾਸੀਅਤ ਇਹ ਆ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦੀ ਉਪਮਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਥੋਂ ਤੱਕ ਉਪਮਾ ਕੀਤੀ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਸੋ ਠੀਕ ਹੈ ਬੱਚੀ। ਹਾਂਜੀ, ਕੋਈ ਹੋਰ ਕੁਐਸਚਨ ਜੀ? ਹਾਂਜੀ, ਕਿਸੇ ਹੋਰ ਦਾ ਸਵਾਲ ਹੋਵੇ ਤਾਂ ਵਾਹਿਗੁਰੂ ਜੀ ਪੁੱਛ ਸਕਦੇ ਹੋ ਜੀ। ਹਾਂਜੀ ਅਨਮੋਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਸਵਾਲ ਆ ਵੀ ਜਿਹੜਾ 37ਵਾਂ ਸ਼ਲੋਕ ਆ, ਮਨ ਮਾਇਆ ਕੇ ਰਮ ਰਹੇ ਹੋ ਨਿਕਸਤ ਨਾਹਿ ਨਮੀਤ, ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿ ਭੀਤ। ਜਿਹੜਾ ਇਸ ਵਿੱਚ ਚਿੱਤਰ ਦੀ ਗੱਲ ਕੀਤੀ ਗਈ ਹੈ ਵੀ ਉਸ ਦਾ ਮਤਲਬ ਕੀ ਹੈ? ਇੱਥੇ ਬੇਟੇ ਜਿਹੜੀ ਮੂਰਤ ਆ ਨਾ ਜਾਂ ਚਿੱਤਰ ਆ, ਉਹਦੇ ਅਰਥ ਨੇ ਕਿ ਦੀਵਾਰ ਜਿਹੜੀ ਹੈ, ਕੰਧ ਜਿਹੜੀ ਆ, ਕੰਧ ਦੇ ਵਿੱਚ ਉਕਰੀ ਹੋਈ, ਜਿਹੜੀ ਕੰਧ ਦੇ ਵਿੱਚ ਹੀ ਲੱਗੀ ਹੋਈ ਆ। ਆਪਾਂ ਪੋਸਟਰ ਨਹੀਂ ਲਾਇਆ ਉਹਦੇ ਤੇ, ਪੋਸਟਰ ਤੇ ਉਤਰ ਸਕਦਾ, ਪਰ ਜਿਹੜੀ ਕੰਧ ਦੇ ਵਿੱਚ ਹੀ ਬਣੀ ਹੋਈ ਆ ਉਹ ਕੰਧ ਤੋਂ ਵੱਖਰੀ ਨਹੀਂ ਹੋ ਸਕਦੀ। ਜਿਹੜੀ ਕੰਧ ਦੇ ਨਾਲ ਹੀ ਉਹਦੇ ਵਿੱਚ ਹੀ ਬਣੀ ਹੋਈ ਹੈ, ਉਕਰੀ ਹੋਈ ਉਹਦੇ ਵਿੱਚ ਕਾਰਵਿੰਗ ਕੀਤੀ ਹੁੰਦੀ ਨਾ, ਕਾਰਵਿੰਗ, ਕੰਧ ਦੇ ਵਿੱਚ ਜਿਹੜੀ ਕਾਰਵਿੰਗ ਕਰਕੇ ਬਣਾਈ ਹੋਈ ਚਿੱਤਰ ਹੈ ਨਾ, ਉਹ ਕੰਧ ਨੂੰ ਛੱਡਦਾ ਨਹੀਂ, ਉਹ ਕੰਧ ਹੀ ਤੋੜਨੀ ਪਏਗੀ, ਤਾਂ ਹੀ ਉਹ ਕੰਧ ਨਾਲੋਂ ਵੱਖਰੀ ਨਹੀਂ ਹੋ ਸਕਦੀ ਤਸਵੀਰ। ਠੀਕ ਹੈ ਬੇਟੇ ਜੀ? ਬੇਟਾ ਜੀ ਹਾਂਜੀ ਵਾਹਿਗੁਰੂ। ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇੱਥੇ ਅੱਜ ਕੈਂਪ ਦੀ ਸਮਾਪਤੀ ਹੈ। ਵਾਹਿਗੁਰੂ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਇਸੇ ਸਮੇਂ ਤੇ ਜੁੜਾਂਗੇ ਜੀ। ਆਪ ਸਭ ਆਪਣੀ ਅਟੈਂਡੈਂਸ ਲਗਾ ਦਿਓ ਜੀ। ਵਾਹਿਗੁਰੂ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।